ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਲ ਹੈ ਅਕਿਰਤ ਕਨਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਰਸਤਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਘੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਇਹ ਰਸਤਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਘੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਡੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦਾ ਨਿਤਨੇਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪ੍ਰਕਾਸ਼ ਦੀ ਸੇਵਾ ਔਰ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 921 ਅੰਗ ਦੇ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਇਹ 32ਵੀਂ ਪੌੜੀ ਹੈ।
ਜਿਸ ਦੀਆਂ ਆਪਾਂ ਆਰੰਭਕ ਪੰਕਤੀਆਂ ਸਰਵਣ ਕੀਤੀਆਂ ਹਨ। ਔਰ ਇਸ ਪੌੜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਮਹਾਰਾਜ ਸਾਹਿਬ ਜੀ ਰਸਨਾ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ। ਰਸਨਾ ਨੂੰ। ਔਰ ਇਸ ਪੌੜੀ ਤੋਂ ਅੱਗੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਸਰੀਰ ਨੂੰ ਸੰਬੋਧਨ ਹੋ ਕਰਕੇ ਵੀ ਉਪਦੇਸ਼ ਦੇਣਾ ਹੈ। ਇਸੇ ਤਰ੍ਹਾਂ ਨੇਤਰਾਂ ਨੂੰ ਸੰਬੋਧਨ ਹੋ ਕਰਕੇ ਵੀ ਉਪਦੇਸ਼ ਦੇਣਾ ਹੈ ਤੇ ਸਰਵਣਾ ਨੂੰ, ਕੰਨਾਂ ਨੂੰ ਸੰਬੋਧਨ ਹੋ ਕੇ ਵੀ ਉਪਦੇਸ਼ ਦੇਣਾ। ਜਿੱਥੇ ਅੰਮ੍ਰਿਤ ਬਾਣੀ ਦੇ ਅੰਦਰ ਸਮੁੱਚੇ ਤੌਰ ਤੇ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹੈ, ਉੱਥੇ ਸਰੀਰ ਦੇ ਇੱਕ ਇੱਕ ਇੰਦਰੀਏ ਨੂੰ ਵੀ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਦਿੱਤਾ। ਅੱਜ ਦੀ ਜੋ ਪੌੜੀ ਹੈ ਆਨੰਦ ਸਾਹਿਬ ਦੀ 32ਵੀਂ ਪੌੜੀ, ਇਸ ਦੇ ਵਿੱਚ ਰਸਨਾ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਜੀ ਰਸਨਾ ਨੂੰ ਸੰਬੋਧਨ ਹੋ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਤੇ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾ ਰਹੇ ਆ ਕਿ ਆਪਣੀ ਰਸਨਾ ਨੂੰ ਭਾਈਏ ਸਿੱਖਿਆ ਦੇਈਏ, ਆਪਣੀ ਜੀਵ ਨੂੰ ਸਮਝਾਈਏ, ਇੱਕ ਇੱਕ ਇੰਦਰੀਏ ਨੂੰ ਸਮਝਾਈਏ। ਤਾਂ ਇਹ ਜੋ ਰਸਨਾ ਹੈ, ਇਸ ਨੂੰ ਗੁਰਬਾਣੀ ਦੇ ਅੰਦਰ ਸਾਧ ਸੰਗਤ ਜੀ ਮਹਾਰਾਜ ਨੇ ਜਿਹਵਾ ਵੀ ਆਖਿਆ ਹੈ, ਜੀਵ ਵੀ ਆਖਿਆ। ਆਪਾਂ ਆਪਣੀ ਆਮ ਬੋਲੀ ਵਿੱਚ ਇਹਨੂੰ ਜੀਵ ਹੀ ਕਹਿੰਦੇ ਹਾਂ, ਜ਼ਿਆਦਾ ਰਸਨਾ ਵੀ ਕਹਿ ਦਿੰਦੇ ਹਾਂ। ਗੁਰੂ ਸਾਹਿਬ ਜੀ ਨੇ ਵੀ ਅੰਮ੍ਰਿਤ ਬਾਣੀ ਦੇ ਅੰਦਰ ਇਸ ਨੂੰ ਰਸਨਾ, ਜੀਵ ਤੇ ਜਿਹਵਾ ਆਦਿਕ ਅੱਖਰਾਂ ਦੇ ਨਾਲ ਸੰਬੋਧਨ ਕੀਤਾ ਹੈ। ਔਰ ਇਹ ਦੋ ਕੰਮ ਕਰਦੀ ਹੈ ਸਾਧ ਸੰਗਤ ਜੀ। ਇੱਕ ਤਾਂ ਇਹ ਬੋਲਣ ਦਾ ਕੰਮ ਕਰਦੀ ਹੈ, ਸਾਡੀ ਰਸਨਾ ਹੀ ਹੈ, ਜੀਭ ਹੀ ਹੈ ਜਿਸ ਦੇ ਨਾਲ ਅਸੀਂ ਅੱਖਰ ਬੋਲਦੇ ਹਾਂ, ਬੋਲਣ ਦਾ ਕੰਮ ਕਰਦੀ ਹੈ। ਤੇ ਦੂਸਰਾ ਇਹ ਰਸਾਂ ਦੇ ਸਵਾਦ ਚੱਖਣ ਦਾ ਕੰਮ ਕਰਦੀ ਹੈ। ਕੋਈ ਵੀ ਪਦਾਰਥ ਬਣਿਆ ਹੈ, ਉਹਦੇ ਵਿੱਚ ਕਿਸ ਤਰ੍ਹਾਂ ਦਾ ਰਸ ਹੈ, ਉਹ ਰਸਨਾ ਹੀ ਦੱਸੇਗੀ, ਤਾਂ ਹੀ ਇਹਦਾ ਨਾਮ ਰਸਨਾ ਹੈ। ਇਹ ਰਸ ਦੱਸਣ ਵਾਲੀ ਹੈ ਕਿ ਮਿੱਠਾ ਹੈ ਜਾਂ ਫਿੱਕਾ ਹੈ, ਕੌੜਾ ਹੈ, ਕਸੈਲਾ ਹੈ, ਲੂਣ ਜ਼ਿਆਦਾ ਹੈ, ਲੂਣ ਘੱਟ ਹੈ। ਇਹ ਰਸਨਾ ਤੇ ਲਾਇਆ ਹੀ ਪਤਾ ਲੱਗਦਾ। ਜਦੋਂ ਰਸਨਾ ਦੇ ਉੱਤੇ ਕੋਈ ਪਦਾਰਥ ਰੱਖਿਆ ਜਾਂਦਾ ਹੈ, ਜਦੋਂ ਮੁੱਖ ਵਿੱਚ ਕੋਈ ਪਦਾਰਥ ਪਾਇਆ ਜਾਂਦਾ ਹੈ, ਤੇ ਰਸਨਾ ਉਸੇ ਵੇਲੇ ਉਹਦਾ ਸਵਾਦ ਦੱਸ ਦਿੰਦੀ ਹੈ। ਉਸੇ ਵੇਲੇ ਦੱਸ ਦਿੰਦੀ ਹੈ ਵੀ ਸਬਜ਼ੀ ਦੇ ਵਿੱਚ ਲੂਣ ਘੱਟ ਹੈ, ਮਿਰਚਾਂ ਘੱਟ ਹੈ, ਜਾਂ ਲੂਣ ਜ਼ਿਆਦਾ ਹੈ। ਦੁੱਧ ਦੇ ਵਿੱਚ ਮਿੱਠਾ ਫਿੱਕਾ ਹੈ, ਪੂਰਾ ਹੈ ਕਿ ਜ਼ਿਆਦਾ ਹੈ, ਇਹ ਰਸਨਾ ਹੀ ਦੱਸਦੀ ਹੈ। ਇਹਦਾ ਤਾਈਓ ਹੀ ਨਾਮ ਰਸਨਾ ਹੈ ਕਿਉਂਕਿ ਇਹ ਰਸਾਂ ਨੂੰ ਚੱਖਣ ਵਾਲੀ ਹੈ। ਕੋਈ ਵੀ ਪਦਾਰਥ ਹੈ, 6 ਰਸਾਂ ਦੇ ਵਿੱਚੋਂ 36 ਪ੍ਰਕਾਰ ਦੇ ਖਾਣੇ, ਕੱਲੇ ਕੱਲੇ ਦਾ ਸਵਾਦ ਇਹ ਦੱਸ ਦਿੰਦੀ ਹੈ। ਤਾਂ ਇਸ ਨੂੰ ਇਹ ਦੋ ਕੰਮ ਮਿਲੇ ਹੋਏ ਆ। ਇੱਕ ਰਸਨਾ, ਰਸਾਂ ਨੂੰ ਇਹ ਚੱਖਦੀ ਹੈ, ਤੇ ਦੂਸਰਾ ਬੋਲਣ ਦਾ ਕੰਮ ਕਰਦੀ ਹੈ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਅੱਜ ਇਸ ਪੌੜੀ ਦੁਆਰਾ ਇਸ ਰਸਨਾ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਜਿਵੇਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਰਸਨਾ ਤੂੰ ਅਨਰਸ ਰਾਜ ਰਹੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਇਹ ਰਸਨਾ ਕਿ ਹੇ ਰਸਾਂ ਦੀ ਗਿਆਤੀਏ, ਹੇ ਰਸਾਂ ਨੂੰ ਚਖਣ ਵਾਲੀਏ, ਹੇ ਰਸਾਂ ਦੇ ਸਵਾਦ ਮਾਣਨ ਵਾਲੀਏ, ਤੂੰ ਅਨ ਰਸ ਰਾਜ ਰਹੀ। ਅਨ ਦਾ ਅਰਥ ਹੁੰਦਾ ਹੋਰ, ਅਨ ਰਸ, ਹੋਰ ਰਸਾਂ ਦੇ ਵਿੱਚ ਤੂੰ ਰਚ ਰਹੀ ਹੈ, ਰਚ ਮਿਚ ਰਹੀ ਹੈ। ਭਾਵ ਕਈ ਤਰ੍ਹਾਂ ਦੇ ਤੂੰ ਰਸ ਚੱਖਦੀ ਹੈ, ਹੋਰ ਹੋਰ ਰਸਾਂ ਦੇ ਵਿੱਚ ਤੂੰ ਰਚੀ ਮਿਚੀ ਹੋਈ ਹੈ। ਕਿੰਨੇ ਰਸ ਚੱਖਦੀ ਏ ਰਸਨਾ। ਪੇਟ ਭਾਵੇਂ ਰੱਜਿਆ ਹੋਵੇ ਤੇ ਬੰਦਾ ਇਸ ਰਸਨਾ ਦੇ ਸਵਾਦ ਦੇ ਵਿੱਚ ਹੀ ਖਾਈ ਜਾਂਦਾ। ਕਈ ਵਾਰੀ ਕਹਿ ਦਿੰਦਾ, ਕਹਿੰਦਾ ਭੁੱਖ ਤੇ ਮੈਨੂੰ ਹੈ ਨਹੀਂ ਸੀ, ਪਰ ਇਹ ਪਦਾਰਥ ਸਵਾਦ ਹੀ ਬੜਾ ਸੀ, ਇਸ ਕਰਕੇ ਸਵਾਦ ਵਿੱਚ ਜ਼ਿਆਦਾ ਖਾਧਾ ਗਿਆ। ਭੁੱਖ ਤਾਂ ਹੈ ਨਹੀਂ ਸੀ, ਉਂਝ ਤਾਂ ਮੈਂ ਰੱਜਿਆ ਸਾਂ, ਪਰ ਸਵਾਦ ਹੀ ਬੜਾ ਸੀ ਇਹ ਪਦਾਰਥ, ਸਵਾਦ ਵਿੱਚ ਹੀ ਜ਼ਿਆਦਾ ਖਾ ਗਿਆ। ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਹਨ ਕਿ ਹੇ ਰਸਨਾ, ਕਿ ਤੂੰ ਹੋਰ ਹੋਰ ਰਸਾਂ ਦੇ ਵਿੱਚ ਰਚੀ ਹੋਈ ਹੈ, ਪਦਾਰਥਾਂ ਦੇ ਚੱਖਣ ਦੇ ਵਿੱਚ। ਤੇ ਕਈ ਵਾਰੀ ਇਹ ਫਿਰ ਰਸਨਾ ਸਵਾਦਾਂ ਨੂੰ ਚੱਖਦੀ ਚੱਖਦੀ ਸਰੀਰ ਨੂੰ ਰੋਗੀ ਵੀ ਕਰ ਦਿੰਦੀ ਹੈ। ਕੋਈ ਵੀ ਪਦਾਰਥ ਹੈ, ਉਹਦਾ ਸਵਾਦ ਤੇ ਓਨਾ ਚਿਰ ਹੀ ਹੈ ਜਿੰਨਾ ਚਿਰ ਉਹ ਗਲੇ ਤੋਂ ਹੇਠਾਂ ਨਹੀਂ ਜਾਂਦਾ। ਇਹ ਜੀਭ ਦੀ ਕੀ ਹੈ ਸਵਾਦ, ਤੇ ਸਵਾਦ ਦੇ ਵਿੱਚ ਬਹੁਤਾ ਉਹ ਮਿੱਠੇ ਚੱਕ ਕਰਕੇ ਤੇ ਕਈ ਵਾਰੀ ਸਰੀਰ ਨੂੰ ਰੋਗੀ ਵੀ ਕਰ ਦਿੰਦੀ ਹੈ। ਫਿਰ ਜਿਹੜਾ ਮਿੱਠਾ ਹੈ ਉਹ ਪੱਕਾ ਵੀ ਬੰਦ ਕਰਨਾ ਪੈਂਦਾ। ਕਈ ਲੋਕ ਉਹ ਫਿੱਕਾ ਪਦਾਰਥ ਹੀ ਖਾਂਦੇ ਆ। ਫਿਰ ਕਹਿੰਦੇ ਹਨ ਕਿ ਸਾਨੂੰ ਵੈਦ ਨੇ, ਸਾਨੂੰ ਡਾਕਟਰ ਨੇ ਡੱਕ ਦਿੱਤਾ ਹੈ ਵੀ ਅਸੀਂ ਮਿੱਠਾ ਨਹੀਂ ਹੁਣ ਖਾ ਸਕਦੇ, ਕਿਉਂਕਿ ਅਸੀਂ ਜ਼ਿੰਦਗੀ ਵਿੱਚ ਮਿੱਠਾ ਜ਼ਿਆਦਾ ਖਾ ਲਿਆ। ਹੁਣ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਚਾਹ ਵੀ ਫਿੱਕੀ ਪੀਆ ਕਰ, ਘੱਟ ਮਿੱਠੇ ਵਾਲੀ, ਕਿਉਂਕਿ ਸ਼ੂਗਰ ਵੱਧ ਜਾਂਦੀ ਹੈ। ਇਹ ਰਸਨਾ ਕਰਕੇ ਵੀ, ਸਵਾਦ ਕਰਕੇ ਵੀ ਕਈ ਰੋਗ ਜਿਹੜੇ ਉਹ ਲੱਗ ਜਾਂਦੇ ਆ, ਜਿਸ ਨੂੰ ਮਹਾਰਾਜ ਨੇ ਅੰਮ੍ਰਿਤ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਕਥਨ ਕੀਤਾ ਹੈ, ਭੋਗੰ ਤਾ ਰੋਗੰ। ਭੋਗ ਨਾਮ ਪਦਾਰਥ ਦਾ ਹੁੰਦਾ, ਜਿੰਨੇ ਪਦਾਰਥਾਂ ਨੂੰ ਭੋਗਿਆ ਮਹਾਰਾਜ ਕਹਿੰਦੇ ਓਨੇ ਹੀ ਰੋਗ ਲੱਗ ਗਏ। ਜਿੰਨੇ ਸਵਾਦਾਂ ਨੂੰ ਚਖਿਆ ਓਨਾ ਹੀ ਫਿਰ ਸਵਾਦਾਂ ਨੂੰ ਤਿਆਗਣਾ ਪਿਆ, ਸਰੀਰ ਰੋਗੀ ਹੋ ਗਿਆ। ਇਸ ਕਰਕੇ ਸਿਰਫ ਸਵਾਦ ਦੇ ਵਿੱਚ ਪੈ ਕਰਕੇ ਕਈ ਵਾਰੀ ਮਨੁੱਖ ਆਪਣੇ ਸਰੀਰ ਨੂੰ ਰੋਗੀ ਵੀ ਕਰ ਲੈਂਦਾ, ਰੋਗੀ ਹੋ ਜਾਂਦਾ ਪਰ ਸਵਾਦ ਨਹੀਂ ਛੱਡਦਾ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਆ ਇਸ ਰਸਨਾ ਨੂੰ, ਇਹ ਰਸਨਾ ਤੂੰ ਅਨ ਰਸ ਰਾਜ ਰਹੀ। ਹੇ ਰਸਨਾ, ਹੇ ਜੀਵ, ਤੂੰ ਹੋਰ ਹੀ ਪਦਾਰਥਾਂ ਦੇ ਰਸਾਂ ਦੇ ਵਿੱਚ ਰਚ ਰਹੀ ਹੈ, ਪਦਾਰਥਾਂ ਨੂੰ ਖਾਈ ਜਾਂਦੀ ਹੈ। ਤੇਰੀ ਪਿਆਸ ਨਾ ਜਾਏ। ਪਰ ਜਿੰਨੇ ਇਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਤੂੰ ਖਾਵੇਂਗੀ, ਜਿੰਨੇ ਪਦਾਰਥਾਂ ਨੂੰ ਤੂੰ ਚੱਖੇਂਗੀ, ਇਹਨਾਂ ਨੂੰ ਖਾਣ ਦੇ ਨਾਲ, ਇਹਨਾਂ ਦੇ ਸਵਾਦ ਲੈਣ ਦੇ ਨਾਲ ਤੇਰੀ ਤੇਹ ਨਹੀਂ ਜਾਣੀ, ਤੇਰੀ ਪਿਆਸ ਨਹੀਂ ਬੁਝਣੀ ਹੈ, ਤੂੰ ਰੱਜਣਾ ਨਹੀਂ ਹੈ, ਤ੍ਰਿਪਤੀ ਨਹੀਂ ਹੋਵੇਗੀ ਤੇਰੀ ਪਿਆਸ ਨਾ ਜਾਏ। ਜਿਹੜੀ ਤੇਰੇ ਅੰਦਰ ਪਿਆਸ ਲੱਗੀ ਹੋਈ ਹੈ ਨਾ ਵੱਖ ਵੱਖ ਸਵਾਦਾਂ ਨੂੰ ਮਾਣਨ ਦੀ,
ਉਹ ਪਿਆਸ ਤੇਰੀ ਨਹੀਂ ਜਾਵੇਗੀ ਪਦਾਰਥਾਂ ਨੂੰ ਚੱਖ ਚੱਖ ਕੇ। ਪਿਆਸ ਨਾ ਜਾਏ ਘੋਰਤ ਪਿਤੈ। ਹੋਰ ਕਿਸੇ ਵੀ ਢੰਗ ਤਰੀਕੇ ਦੇ ਨਾਲ, ਹੋਰ ਕਿਸੇ ਵੀ ਪਦਾਰਥ ਦੇ ਨਾਲ, ਸੰਸਾਰੀ ਪਦਾਰਥ ਦੇ ਨਾਲ ਤੇਰੀ ਪਿਆਸ ਨਹੀਂ ਜਾਵੇਗੀ। ਤੇਰੀ ਇਹ ਜਿਹੜੀ ਤੇ ਲੱਗੀ ਹੋਈ ਹੈ ਤੈਨੂੰ ਸਵਾਦ ਚੱਖਣ ਦੀ, ਇਹ ਨਹੀਂ ਜਾਵੇਗੀ। ਜਿਚਰ ਹਰ ਰਸ ਪੱਲੇ ਨਾ ਪਾਏ। ਜਿਚਰ ਤੋਂ ਭਾਵ ਹੈ ਜਿੰਨਾ ਚਿਰ, ਜਿੰਨਾ ਚਿਰ ਵਾਹਿਗੁਰੂ ਜੀ ਦਾ ਨਾਮ ਰਸ ਨਾ ਤੇਰੇ ਪੱਲੇ ਪਿਆ, ਜਿੰਨਾ ਚਿਰ ਤੂੰ ਹਰ ਰਸ ਦਾ ਸਵਾਦ ਨਾ ਚੱਖਿਆ, ਉਹਨਾਂ ਚਿਰ ਤੇਰੀ ਪਿਆਸ ਨਹੀਂ ਬੁਝਣੀ ਤੇ ਤੈਨੂੰ ਤ੍ਰਿਪਤੀ ਨਹੀਂ ਆਉਣੀ। ਹਰੇਕ ਇਨਸਾਨ ਦੀ ਇਹ ਦਿਲੀ ਤਮੰਨਾ ਹੈ, ਹਿਰਦੇ ਦੀ ਖਾਹਸ਼ ਹੈ ਕਿ ਮੈਂ ਰੱਜ ਜਾਵਾਂ। ਹਰੇਕ ਬੰਦਾ ਜਿਹੜਾ ਉਹ ਚੰਗੀ ਤਰ੍ਹਾਂ ਰੱਜਣਾ ਚਾਹੁੰਦਾ ਹੈ, ਆਪਣੀਆਂ ਸਾਰੀਆਂ ਭੁੱਖਾਂ ਮੇਟਣੀਆਂ ਚਾਹੁੰਦਾ, ਪੂਰਾ ਤ੍ਰਿਪਤ ਹੋਣਾ ਚਾਹੁੰਦਾ। ਪਰ ਸਤਿਗੁਰੂ ਗਰੀਬ ਨਵਾਜ ਕਹਿੰਦੇ ਆ ਵੀ ਤ੍ਰਿਪਤੀ ਆਉਣੀ ਹੈ ਨਾਮ ਦੇ ਨਾਲ। ਅੱਜ ਰਸਨਾ ਨੂੰ ਉਪਦੇਸ਼ ਦਿੰਦਿਆਂ ਹੋਇਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿ ਰਹੇ ਆ, ਇਹ ਰਸਨਾ ਉਹਨਾਂ ਚਿਰ ਤੇਰੀ ਪਿਆਸ ਨਹੀਂ ਜਾਣੀ, ਤੇਰੀ ਤੇਹ ਨਹੀਂ ਬੁਝਣੀ, ਜਿੰਨਾ ਚਿਰ ਤੇਰੇ ਪੱਲੇ ਹਰ ਰਸ ਨਾ ਪਿਆ, ਵਾਹਿਗੁਰੂ ਜੀ ਦਾ ਨਾਮ ਰਸ ਨਾ ਪਿਆ, ਜਿੰਨਾ ਚਿਰ ਤੈਨੂੰ ਨਾਮ ਰਸ ਦਾ ਸਵਾਦ ਨਾ ਆਇਆ। ਨਾਮ ਨੂੰ ਜਪਣਾ ਇਸ ਕਰਕੇ ਹੈ, ਗੁਰਬਾਣੀ ਨੂੰ ਪੜ੍ਹਨਾ ਇਸ ਕਰਕੇ ਹੈ ਕਿ ਨਾਮ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ ਸਵਾਦ ਆਵੇ, ਰਸ ਆਵੇ। ਰਸ ਤਾਂ ਉਸ ਰਸ ਨੇ ਫਿਰ ਤ੍ਰਿਪਤੀ ਦੇਣੀ ਹੈ, ਫਿਰ ਰੱਜ ਮਿਲਣਾ ਹੈ ਜੀਵ ਨੂੰ। ਸਤਿਗੁਰੂ ਕਹਿੰਦੇ ਵੀ ਜਿੰਨਾ ਚਿਰ ਹਰ ਰਸ ਨਾ ਪੱਲੇ ਪਿਆ ਰਸਨਾ, ਉਹਨਾਂ ਚਿਰ ਤੇਰੀ ਤੇ ਬੋਝ ਹੀ ਨਹੀਂ ਸਕਦੀ, ਉਹਨਾਂ ਚਿਰ ਤੂੰ ਲਲਚਾਉਂਦੀ ਰਵੇਂਗੀ ਪਦਾਰਥਾਂ ਨੂੰ ਵੇਖ ਵੇਖ ਕੇ, ਉਹਨਾਂ ਚਿਰ ਤੇਰੇ ਅੰਦਰ ਤੇ ਲੱਗੀ ਰਵੇਗੀ ਕਈ ਤਰ੍ਹਾਂ ਦੇ ਪਕਵਾਨਾਂ ਨੂੰ ਚੱਖਣ ਦੀ, ਕਈ ਤਰ੍ਹਾਂ ਦੇ ਪਦਾਰਥਾਂ ਨੂੰ ਪੀਣ ਦੀ। ਇਹ ਪਿਆਸ ਅੰਦਰ ਬਣੀ ਰਵੇਗੀ, ਇਹ ਡੰਝਾ ਅੰਦਰ ਬਣੀ ਰਵੇਗੀ। ਤੇ ਜਿਨ੍ਹਾਂ ਨੇ ਫਿਰ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ, ਉਹਨਾਂ ਦੀਆਂ ਭੁੱਖਾਂ ਹੀ ਸਾਰੀਆਂ ਦੂਰ ਹੋ ਗਈਆਂ, ਉਹਨਾਂ ਦੀ ਪਿਆਸ ਹੀ ਸਾਰੀ ਬੁਝ ਗਈ। ਉਹ ਪੂਰਾ ਮੁਕੰਮਲ ਤੌਰ ਤੇ ਤ੍ਰਿਪਤ ਹੋ ਗਏ, ਰੱਜ ਪ੍ਰਾਪਤ ਹੋ ਗਿਆ ਉਹਨਾਂ ਨੂੰ, ਰੱਜ ਅੰਦਰੋਂ ਬਾਹਰੋਂ ਰੱਜ ਗਏ। ਜਿਸ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇਸੇ ਬਾਣੀ ਦੇ ਆਰੰਭ ਦੇ ਵਿੱਚ ਇਸ ਤਰ੍ਹਾਂ ਫਰਮਾਇਆ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕ ਭੁੱਖ ਗਵਾਈ ਨਹੀਂ ਆਖਿਆ, ਭੁੱਖਾਂ ਸਾਰੀਆਂ ਗਵਾ ਦਿੱਤੀਆਂ ਸੱਚੇ ਨਾਮ ਦੇ ਆਸਰੇ ਨੇ। ਜਦੋਂ ਨਾਮ ਦਾ ਆਧਾਰ ਪ੍ਰਾਪਤ ਹੋਇਆ, ਨਾਮ ਦਾ ਆਸਰਾ ਮਿਲਿਆ, ਨਾਮ ਦਾ ਪਦਾਰਥ ਮਿਲਿਆ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤਹੁ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਚ ਆਖਿਆ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਸੱਚ ਦਾ ਭੋਜਨ ਖਾਇਆ ਨਾ, ਉਦੋਂ ਤ੍ਰਿਪਤੀ ਹੋ ਗਈ। ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਜਦੋਂ ਨਾਮ ਦਾ ਭੋਜਨ ਪ੍ਰਾਪਤ ਹੋਇਆ, ਰਸਨਾ ਨੂੰ ਨਾਮ ਰਸ ਪ੍ਰਾਪਤ ਹੋਇਆ, ਫਿਰ ਇਹਦੀ ਤ੍ਰਿਪਤੀ ਹੋ ਗਈ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜਿਚਰ ਹਰ ਰਸ ਪੱਲੇ ਨਾ ਪਾਏ, ਜਿੰਨਾ ਚਿਰ ਵਾਹਿਗੁਰੂ ਜੀ ਦਾ ਨਾਮ ਰਸ, ਹਰੀ ਰਸ ਪੱਲੇ ਨਾ ਪਿਆ,
ਉਹਨਾਂ ਚਿਰ ਸਤਿਗੁਰੂ ਕਹਿੰਦੇ ਵੀ ਰਸਨਾ ਤੇਰੀ ਪਿਆਸ ਨਹੀਂ ਬੁਝ ਸਕਦੀ। ਹਰ ਰਸ ਪਾਏ ਪੱਲੇ ਪੀਏ ਹਰ ਰਸ। ਇਸ ਕਰਕੇ ਰਸਨਾ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਪੱਲੇ ਹਰੀ ਰਸ ਨੂੰ ਪਾਉਣਾ ਕਰੇ। ਉਹ ਕਿਵੇਂ ਪਵੇਗਾ? ਤੂੰ ਹਰ ਰਸ ਨੂੰ ਪੀਣਾ ਕਰ। ਪੀਏ ਹਰ ਰਸ। ਪੀਣਾ ਕਿਵੇਂ ਹੈ? ਜੋ ਨਾਮ ਨੂੰ ਜਪਣਾ ਹੈ, ਇਹ ਨਾਮ ਰਸ ਨੂੰ ਪੀਣਾ ਹੈ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਫਿਰ ਮਨ ਤੇ ਤਨ ਧਰਪੀਐ, ਤ੍ਰਿਪਤ ਹੋ ਜਾਵੇਗਾ। ਤ੍ਰਿਪਤੀ ਦੇ ਸਹਿਤ, ਸੰਤੋਖ ਦੇ ਸਹਿਤ ਹੋ ਜਾਵੇਗਾ, ਰੱਜ ਜਾਵੇਗਾ ਜਦੋਂ ਵਾਰ-ਵਾਰ ਨਾਮ ਨੂੰ ਜਪਿਆ ਜਾਵੇਗਾ। ਜਪ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ, ਜਪ ਕਰਕੇ ਧੁਰ ਕੀ ਬਾਣੀ ਨੂੰ ਰਸਨਾ ਤੂੰ ਆਪਣੇ ਪੱਲੇ ਨਾਮ ਰਸ ਪਾ ਸਕਦੀ ਹੈ। ਫਿਰ ਤੈਨੂੰ ਨਾਮ ਰਸ ਪ੍ਰਾਪਤ ਹੋਵੇਗਾ, ਫਿਰ ਹਰੀ ਰਸ ਪ੍ਰਾਪਤ ਹੋਵੇਗਾ। ਵਾਹਿਗੁਰੂ ਜੀ ਦੇ ਨਾਮ ਦਾ ਰਸ, ਹਰ ਰਸ ਪਾਏ ਪੱਲੇ, ਤੇਰੇ ਹਿਰਦੇ ਰੂਪੀ ਪੱਲੇ ਵਿੱਚ ਪੈ ਜਾਵੇਗਾ। ਪੀਐ ਹਰ ਰਸ। ਜਦੋਂ ਤੂੰ ਹਰੀ ਰਸ ਨੂੰ ਪੀ ਲਵੇਂਗੀ, ਬਹੁੜ ਦਾ ਤ੍ਰਿਸ਼ਨਾ ਲਾਗੈ ਆਏ। ਬਹੁੜ ਦਾ ਅਰਥ ਹੈ ਦੁਬਾਰਾ, ਫੇਰ ਮੁੜ ਕੇ, ਫਿਰ ਤੇਰੇ ਲਾਗੇ ਤ੍ਰਿਸ਼ਨਾ ਨਹੀਂ ਆਵੇਗੀ। ਜਿਹੜੀ ਹੁਣ ਵਾਰ-ਵਾਰ ਆਉਂਦੀ ਹੈ ਨਾ ਤ੍ਰਿਸ਼ਨਾ, ਪਦਾਰਥਾਂ ਨੂੰ ਖਾਣ ਦੀ, ਰਸਾਂ ਕਸਾਂ ਨੂੰ ਪੀਣ ਦੀ, ਵਾਰ-ਵਾਰ ਤੂੰ ਲਲਚਾਉਂਦੀ ਰਹਿੰਦੀ ਹੈ। ਵਾਰ-ਵਾਰ ਅੰਦਰ ਫੁਰਨਾ ਫੁਰਦਾ ਰਹਿੰਦਾ ਹੈ ਵੀ ਆਹ ਵੀ ਪੀ ਲਵਾਂ, ਉਹ ਵੀ ਪੀ ਲਵਾਂ, ਆਹ ਪਦਾਰਥ ਵੀ ਖਾ ਲਵਾਂ, ਤੇ ਬੇਮਰਿਆਦਾ ਹੀ ਖਾਂਦੀ ਰਹਿੰਦੀ ਹੈ। ਪੇਟ ਭਰਿਆ ਵੀ ਹੁੰਦਾ, ਰੱਜਿਆ ਵੀ ਹੁੰਦਾ ਹੈ, ਤੇ ਰਸਨਾ ਤੂੰ ਫਿਰ ਵੀ ਲਲਚਾਉਂਦੀ ਰਹਿੰਦੀ ਹੈ ਵੇਖ ਵੇਖ ਕੇ ਵੀ ਬੜੇ ਸੋਹਣੇ ਪਕਵਾਨ ਬਣੇ ਹੋਏ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਮਿੱਠੇ ਪਦਾਰਥ ਬਣੇ ਹੋਏ ਆ, ਮਠਿਆਈਆਂ ਬਣੀਆਂ ਹੋਈਆਂ, ਕਈ ਤਰ੍ਹਾਂ ਦੇ ਛਿਆਂ ਰਸਾਂ ਵਾਲੇ ਪਦਾਰਥ ਬਣੇ ਹੋਏ, ਉਹਨਾਂ ਨੂੰ ਵੇਖ ਕਰਕੇ ਤੂੰ ਲਲਚਾਉਂਦੀ ਰਹਿੰਦੀ ਹੈ। ਪਰ ਜਿਸ ਵੇਲੇ ਤੇਰੇ ਪੱਲੇ ਨਾਮ ਰਸ ਪੈ ਗਿਆ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਦੁਬਾਰਾ ਤੇਰੇ ਲਾਗੇ ਤ੍ਰਿਸ਼ਨਾ ਆਉਣੀ ਨਹੀਂ ਹੈ, ਭਾਵੇਂ 36 ਪ੍ਰਕਾਰ ਦੇ ਪਦਾਰਥ ਤੇਰੇ ਅੱਗੇ ਪੈ ਰਹਿਣ, ਛਿਆਂ ਰਸਾਂ ਦੇ ਪਦਾਰਥ ਤੇਰੇ ਅੱਗੇ ਪੈ ਰਹਿਣ, ਢੇਰ ਲੱਗੇ ਹੋਣ, ਪਰ ਤੇਰੇ ਲਾਗੇ ਤ੍ਰਿਸ਼ਨਾ ਨਹੀਂ ਆਵੇਗੀ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਦੇ ਪੱਲੇ ਗੁਰਮੁਖਾਂ ਦੇ, ਭਗਤਾਂ ਸੰਤਾਂ ਦੇ ਨਾਮ ਰਸ ਪੈ ਗਿਆ ਹਿਰਦੇ ਰੂਪੀ ਪੱਲੇ ਦੇ ਵਿੱਚ, ਨਾਮ ਦੀ ਕਣੀ ਵਸ ਗਈ ਹਿਰਦੇ ਦੇ ਵਿੱਚ। ਨਾਮ ਦਾ ਇੱਕ ਕਿਣਕੇ ਦੀ ਮਹਿਮਾ ਹੀ ਨਹੀਂ ਹੈ, ਇੱਕ ਕਿਣਕੇ ਦੀ ਮਹਿਮਾ ਹੀ ਨਹੀਂ ਬਿਆਨ ਕੀਤੀ ਜਾ ਸਕਦੀ। ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਏਕ ਅੱਖਰ ਹਰ ਮਨ ਬਸਤ, ਪਰ ਗੱਲ ਤੇ ਆ ਮਨ ਵਿੱਚ ਵਸਿਆ ਨਹੀਂ ਆ। ਜਦੋਂ ਇੱਕ ਅੱਖਰ ਵੀ ਮਹਾਰਾਜ ਕਹਿੰਦੇ ਵਸ ਗਿਆ ਨਾ, ਤੇ ਇੱਕ ਅੱਖਰ ਨਾਲ ਹੀ ਨਿਹਾਲ ਹੋ ਜਾਂਦਾ ਹੈ ਇਨਸਾਨ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਾਹੁੜ ਜਨਮ ਨਾ ਆਵਾ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਨਾਮ ਰਸ ਪਿਆ, ਉਹਨਾਂ ਨੇ ਫੇਰ ਇਹ ਕਹਿ ਦਿੱਤਾ, ਮਨ ਹਰ ਰਸ ਸਭ ਤੇ ਮੀਠਾ ਜੀਓ, ਕਿ ਦੁਨੀਆ ਦੇ ਵਿੱਚ ਪਦਾਰਥ ਤਾਂ ਬੜੇ ਆ ਮਿੱਠੇ, ਪਰ ਵਾਹਿਗੁਰੂ ਜੀ ਦਾ ਨਾਮ ਰਸ ਸਾਰਿਆਂ ਰਸਾਂ ਨਾਲੋਂ ਮਿੱਠਾ, ਸਾਰਿਆਂ ਰਸਾਂ ਨਾਲੋਂ ਮਿੱਠਾ। ਫਿਰ ਉਹਨਾਂ ਨੇ ਕਹਿ ਦਿੱਤਾ, ਗੁਰੂ ਰਸਨਾ ਦੇ ਬੋਲ ਹਨ, ਵੇਖੈ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ। ਗਰੀਬ ਨਵਾਜ ਨੇ ਆਖਿਆ, ਵਿਸ਼ੇ ਵਿਕਾਰਾਂ ਦੇ ਰਸਾਂ ਨੂੰ ਛੱਡ ਤੇ ਉਸ ਰਸ ਨੂੰ ਪੀਣਾ ਕਰ ਜਿਹੜਾ ਮਹਾਨ ਰਸ ਹੈ, ਉਹ ਹੈ ਨਾਮ ਰਸ। ਨਾਮ ਮਹਾਰਸ ਪੀਓ। ਬਾਬਾ ਸੇਖ ਫਰੀਦ ਸਾਹਿਬ ਜੀ ਛੋਟੀ ਉਮਰੇ ਮਾਤਾ ਨੇ ਸ਼ੱਕਰ ਖਵਾ ਖਵਾ ਕੇ
ਬੰਦਗੀ ਕਰਨ ਵਾਸਤੇ ਪ੍ਰੇਰਿਆ। ਉੱਠ ਮੇਰਾ ਪੁੱਤ ਫਰੀਦ, ਖੁਦਾ ਦੀ ਇਬਾਦਤ ਕਰ, ਨਮਾਜ਼ ਪੜ੍ਹ। ਮਾਂ, ਜੇ ਮੈਂ ਨਮਾਜ਼ ਪੜ੍ਹਾਂਗਾ, ਖੁਦਾ ਦੀ ਇਬਾਦਤ ਕਰਾਂਗਾ, ਬੰਦਗੀ ਕਰਾਂਗਾ, ਤੇ ਖੁਦਾ ਮੈਨੂੰ ਕੀ ਦੇਵੇਗਾ? ਪੁੱਤ, ਖੁਦਾ ਤੈਨੂੰ ਖਾਣ ਵਾਸਤੇ ਸ਼ੱਕਰ ਦੇਵੇਗਾ। ਸੁਭਾਵਕ ਹੀ ਛੋਟੇ ਛੋਟੇ ਬੱਚੇ ਉਹ ਕੋਈ ਮਿੱਠਾ ਪਦਾਰਥ ਛਕਣ ਦੇ ਚਾਹਵਾਨ ਹੁੰਦੇ ਹਨ, ਤੇ ਮਾਤਾ ਨੇ ਦਰੀ ਵਿਛਾ ਦੇਣੀ। ਇਸਲਾਮੀ ਮੱਤ ਵਿੱਚ ਉਹਨੂੰ ਮੁਸੱਲਾ ਕਹਿ ਦਿੰਦੇ ਹਨ। ਜਿਵੇਂ ਆ ਗਲੀਚਾ ਹੈ, ਇਸੇ ਤਰ੍ਹਾਂ ਉਹ ਵਿਛਾਉਣ ਵਾਲਾ ਜਿਹਦੇ ਉੱਤੇ ਬਹਿ ਕਰਕੇ ਖੁਦਾ ਦੀ ਬੰਦਗੀ ਕਰਨੀ, ਉਹਨੂੰ ਮੁਸੱਲਾ ਲਿਖਿਆ ਬਾਣੀ ਦੇ ਅੰਦਰ ਵੀ। ਉਹ ਮੁਸੱਲਾ ਵਿਛਾ ਦੇਣਾ, ਗਲੀਚਾ ਵਿਛਾ ਦੇਣਾ, ਤੇ ਉਹਦੇ ਤੇ ਬੈਠ ਕਰਕੇ ਬਚਪਨ ਦੇ ਵਿੱਚ ਬਾਬੇ ਸੇਖ ਫਰੀਦ ਨੇ ਖੁਦਾ ਦੀ ਬੰਦਗੀ ਕਰਨੀ, ਨਮਾਜ਼ ਪੜ੍ਹਨੀ। ਤੇ ਮਾਤਾ ਨੇ ਇੱਕ ਪੁੜੀ ਸ਼ੱਕਰ ਦੀ ਆਪ ਹੀ ਲਪੇਟ ਕੇ ਤੇ ਉਹ ਮੁਸੱਲੇ ਦੇ ਥੱਲੇ ਰੱਖ ਦੇਣੀ, ਦਰੀ ਦੇ ਥੱਲੇ ਰੱਖ ਦੇਣੀ। ਜਿਸ ਵੇਲੇ ਨਮਾਜ਼ ਪੜ੍ਹ ਕੇ ਹਟ ਜਾਣਾ ਤੇ ਉਹਦੇ ਥੱਲਿਓਂ ਕੱਢ ਕਰਕੇ ਉਹ ਸ਼ੱਕਰ ਦੀ ਪੁੜੀ ਤੇ ਦੇ ਦੇਣੀ। ਆ ਵੇਖ ਫਰੀਦ, ਖੁਦਾ ਨੇ ਤੈਨੂੰ ਸ਼ੱਕਰ ਭੇਜੀ ਹੈ। ਤੇ ਸ਼ੱਕਰ ਛਕ ਲੈਣੀ। ਕਦੀ ਖੰਡ ਰੱਖ ਦੇਣੀ, ਕਦੀ ਗੁੜ ਰੱਖ ਦੇਣਾ, ਕਦੀ ਸ਼ਹਿਦ ਦੇ ਦੇਣਾ। ਇਸ ਤਰ੍ਹਾਂ ਮਾਤਾ ਵੱਖ-ਵੱਖ ਮਿੱਠੇ ਪਦਾਰਥ ਦਿੰਦੀ ਰਹੀ ਤੇ ਬਾਬਾ ਸੇਖ ਫਰੀਦ ਬੰਦਗੀ ਕਰਦੇ ਰਹੇ। ਮਾਤਾ ਨੇ ਇਸ ਤਰ੍ਹਾਂ ਲਾਇਆ ਨਾਮ ਜਪਣ ਦੇ ਵਿੱਚ। ਫਿਰ ਜਪਦਿਆਂ ਜਪਦਿਆਂ ਜਦੋਂ ਨਾਮ ਦਾ ਰਸ ਪ੍ਰਾਪਤ ਹੋਇਆ ਤੇ ਕਹਿਣ ਲੱਗੇ ਕਿ ਮਾਤਾ, ਭਾਵੇਂ ਸਾਰੇ ਪਦਾਰਥ ਮਿੱਠੇ ਆ, ਪਰ ਜਿੰਨਾ ਮਿੱਠਾ ਰੱਬ ਦਾ ਨਾਮ ਆ ਨਾ, ਓਨਾ ਮਿੱਠਾ ਤੇ ਨਾ ਸ਼ੱਕਰ ਵਾ, ਨਾ ਗੁੜ ਵਾ, ਨਾ ਖੰਡ ਆ, ਨਾ ਸ਼ਹਿਦ ਆ, ਨਾ ਮੱਝਾਂ ਦਾ ਦੁੱਧ ਹੀ ਇੰਨਾ ਮਿੱਠਾ ਵਾ। ਸਭ ਤੋਂ ਮਿੱਠਾ ਵਾਹਿਗੁਰੂ ਜੀ ਦਾ ਨਾਮ। ਵਾਹਿਗੁਰੂ ਜੀ ਦਾ ਨਾਮ ਸਭ ਤੋਂ ਮਿੱਠਾ ਹੈ। ਬਾਬਾ ਜੀ ਨੇ ਸ਼ਲੋਕ ਉਚਾਰਨ ਕੀਤਾ, ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਸਾਰੀਆਂ ਵਸਤੂਆਂ ਮਿੱਠੀਆਂ ਵਾ, ਪਰ ਰੱਬ, ਇਹ ਖੁਦਾ, ਤੇਰੇ ਨਾਮ ਦੇ ਬਰਾਬਰ ਕੋਈ ਵੀ ਮਿਠਾਸ ਨਹੀਂ ਦੁਨੀਆ ਦੀ ਪਹੁੰਚ ਸਕਦੀ। ਮਨ ਹਰ ਰਸ ਸਭ ਤੇ ਮੀਠਾ ਜੀਓ। ਜਦੋਂ ਪੱਲੇ ਵਿੱਚ ਨਾਮ ਰਸ ਪੈ ਗਿਆ, ਇਹਦਾ ਭਾਵ ਇਹ ਨਹੀਂ ਵੀ ਦੁਨੀਆ ਦੇ ਪਦਾਰਥ ਫਿੱਕੇ ਲੱਗਣ ਲੱਗ ਪੈਂਦੇ ਹੈ। ਮਿੱਠੇ ਹੀ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਮਿੱਠੇ ਆ ਸਾਰੇ ਪਦਾਰਥ, ਪਰ ਓਨੇ ਮਿੱਠੇ ਨਹੀਂ ਜਿੰਨਾ ਮਿੱਠਾ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦਾ ਨਾਮ ਸਭ ਤੋਂ ਮਿੱਠਾ ਹੈ। ਤੋ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਹਨ ਵੀ ਜਿਸ ਵੇਲੇ ਹਰ ਰਸ ਪੱਲੇ ਪੈ ਗਿਆ ਨਾ, ਰਸਨਾ ਤੇਰੇ ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਫਿਰ ਦੁਨੀਆ ਦੇ ਪਦਾਰਥਾਂ ਦੀ ਤ੍ਰਿਸ਼ਨਾ ਤੇਰੇ ਲਾਗੇ ਆਉਣੀ ਨਹੀਂ ਹੈ। ਕਿੰਨੇ ਵੀ ਪਦਾਰਥ ਆਲੇ ਦੁਆਲੇ ਪਏ ਆ, ਤੂੰ ਉਹਨਾਂ ਨੂੰ ਵੇਖ ਕੇ ਲਲਚਾਵੇਂਗੀ ਨਹੀਂ। ਤੇਰੇ ਲਾਗੇ ਪਦਾਰਥਾਂ ਦੀ ਤ੍ਰਿਸ਼ਨਾ ਆਵੇਗੀ ਨਹੀਂ, ਕਿਉਂਕਿ ਤੈਨੂੰ ਸੰਤੋਖ ਪ੍ਰਾਪਤ ਹੋ ਜਾਵੇਗਾ, ਤੈਨੂੰ ਰੱਜ ਪ੍ਰਾਪਤ ਹੋ ਜਾਵੇਗਾ। ਬਚਪਨ ਵਿੱਚ ਕਈ ਤਰ੍ਹਾਂ ਦੇ ਪਦਾਰਥ ਮਾਤਾ ਨੇ ਛਕਾਏ, ਫਿਰ ਨਾਮ ਦਾ ਰਸ ਪ੍ਰਾਪਤ ਹੋਇਆ ਤੇ ਬਾਬਾ ਫਰੀਦ ਸਾਹਿਬ ਜੀ ਨੇ ਫਿਰ 12-12 ਸਾਲ ਬੰਦਗੀ ਕੀਤੀ। ਬਾਬਾ ਜੀ ਦੇ ਜੀਵਨ 'ਚ ਲਿਖਿਆ 48 ਸਾਲ ਕਠਿਨ ਤਪੱਸਿਆ ਕੀਤੀ, ਆਰਾਧਨਾ ਕੀਤੀ ਬਾਬਾ ਸੇਖ ਫਰੀਦ ਸਾਹਿਬ ਜੀ। 12 ਸਾਲ ਪਹਿਲਾਂ ਜੰਗਲ ਵਿੱਚ, 12 ਸਾਲ ਫੇਰ 12 ਸਾਲ ਫੇਰ 36 ਸਾਲ, ਤੇ ਫੇਰ ਇਸੇ ਤਰ੍ਹਾਂ ਗੁਰੂ ਧਾਰਨ ਕਰਕੇ ਤੇ 12 ਸਾਲ ਆਪਣੇ ਗੁਰੂ ਦੀ ਸੇਵਾ ਕਰਦਿਆਂ ਹੋਇਆ ਰੋਜ਼ ਆਪਣੇ ਗੁਰੂ ਦਾ ਇਸ਼ਨਾਨ ਕਰਾਉਣਾ ਤੇ ਬੰਦਗੀ ਕਰਨੀ। ਤੇ ਫਿਰ ਉਹਨਾਂ ਦੀ ਅਵਸਥਾ ਇਹ ਬਣ ਗਈ ਜੋ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹੇ, ਫਰੀਦਾ ਰੁੱਖੀ ਸੁੱਖੀ ਖਾਏ ਕਹਿ,
ठंडा पानी पीओ, वेख पराई चोपड़ी, ना तरसाए जियो। आले दुआले भावें किन्नियां चोपड़ियां होण, किन्ने बहुते पदार्थ किसे कोले होण, फिर वो प्रभु दे प्यारे उन्हां नूं नाम रस प्राप्त होया है। वो रुखी सुखी खा के ठंडा पानी पी के प्रभु की बंदगी करी जाते आ। उन्हां दी रसना, उन्हां दा मन ललचाउंदा नहीं दूसरे दे पदार्थां नूं वेख के। कल्ले खाण वालियां वस्तुआं ही नहीं, जिन्ने दुनिया दे पदार्थ वा उन्हां नूं वेख करके उन्हां दा मन ललचाउंदा नहीं है, जिन्हां नूं नाम रस प्राप्त हो गया। ਤਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਆ ਕਿ ਜਿੰਨਾ ਚਿਰ ਪ੍ਰਭੂ ਦਾ ਨਾਮ ਰਸ ਪੱਲੇ ਨਹੀਂ ਹੈ, ਉਨਾ ਚਿਰ ਇਹਨੂੰ ਪਿਆਸ ਲੱਗੀ ਰਹਿੰਦੀ ਹੈ ਰਸਨਾ ਨੂੰ। ਇਹ ਪਦਾਰਥਾਂ ਦੇ ਵਿੱਚ ਖਚਤ ਹੋਈ ਰਹਿੰਦੀ ਹੈ, ਖਾਣ ਦੇ ਵਿੱਚ। ਤੇ ਜਦੋਂ ਨਾਮ ਰਸ ਪੱਲੇ ਪੈ ਜਾਵੇ ਤੇ ਫਿਰ ਤ੍ਰਿਸ਼ਨਾ ਨਹੀਂ ਲਾਗੇ ਆਉਂਦੀ, ਫਿਰ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ, ਫਿਰ ਤਾਂ ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਹਰ ਰਸ ਕਰਮੀ ਪਾਈਐ। ਪਰ ਇਹ ਜਿਹੜਾ ਹਰ ਰਸ ਹੈ ਨਾ, ਹਰੀ ਦਾ ਰਸ, ਨਾਮ ਦਾ ਰਸ, ਇਹ ਗੁਰੂ ਕੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਕਰਮੀ ਪਾਈਐ ਤੋਂ ਭਾਵ ਹੈ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ। ਇਹ ਸਾਡੀ ਜੋ ਰਸਨਾ ਹੈ ਸਾਧ ਸੰਗਤ ਜੀ, ਇਹ ਹੋਰ ਅਨਰਸ, ਹੋਰ ਸਵਾਦਾਂ ਦੇ ਵਿੱਚ ਜੋ ਖਚਤ ਰਹਿੰਦੀ ਹੈ। ਇੱਕ ਤੇ ਹੈ ਖਾਣ ਦੇ ਸਵਾਦ, ਪੀਣ ਦੇ ਸਵਾਦ, ਪਰ ਉੱਥੇ ਇਹ ਨਾਲ ਨਾਲ ਹੋਰ ਸਵਾਦ ਤੋਂ ਭਾਵੇਂ ਵੀ ਹੈ ਜਿਹੜਾ ਝੂਠ ਬੋਲਣਾ ਹੈ, ਨਿੰਦਿਆ ਕਰਨੀ ਹੈ, ਚੁਗਲੀ ਕਰਨੀ ਹੈ, ਇਹ ਵੀ ਇਹਨੂੰ ਸਵਾਦ ਪਏ ਹੋਏ ਹਨ। ਕਿਉਂਕਿ ਦੋ ਕੰਮ ਕਰਦੀ ਹੈ ਨਾ ਇਹ ਰਸਨਾ। ਜਿੱਥੇ ਪਦਾਰਥਾਂ ਦੇ ਰਸਾਂ ਦੇ ਸਵਾਦ ਵੇਖਦੀ ਹੈ, ਇਹ ਪਦਾਰਥਾਂ ਦੇ ਰਸਾਂ ਨੂੰ ਚੱਖਦੀ ਹੈ, ਉੱਥੇ ਬੋਲਣ ਦਾ ਕੰਮ ਵੀ ਤਾਂ ਇਹ ਕਰਦੀ ਹੈ ਨਾ। ਇਸ ਕਰਕੇ ਗੁਰਬਾਣੀ ਦੇ ਅੰਦਰ ਬੋਲਣ ਦੇ ਸੰਬੰਧ ਵਿੱਚ ਵੀ ਰਸਨਾ ਨੂੰ ਉਪਦੇਸ਼ ਦਿੱਤਾ ਵੀ ਕੌੜਾ ਬੋਲਣਾ, ਫਿੱਕਾ ਬੋਲਣਾ, ਵਿਅਰਥ ਬੋਲਣਾ, ਮਿਥਿਆ ਬੋਲਣਾ, ਝੂਠ ਬੋਲਣਾ, ਇਹ ਵੀ ਇਹ ਰਸਨਾ ਦੇ ਦੋਸ਼ ਹਨ। ਤੇ ਇਹ ਵੀ ਇਹਨੂੰ ਸਵਾਦ ਪਏ ਹੋਏ ਆ। ਜਿਹੜੇ ਅਨਰਸ ਆਖਿਆ ਨਾ ਮਹਾਰਾਜ ਸਾਹਿਬ ਜੀ ਨੇ ਇੱਥੇ, ਤੂੰ ਅਨਰਸ ਰਾਜ ਰਹੀ, ਜਿੱਥੇ ਖਾਣ ਦੇ ਹੋਰ ਸਵਾਦਾਂ ਵਿੱਚ ਇਹ ਰਚ ਰਹੀ ਆ, ਉੱਥੇ ਬੋਲਣ ਦੇ ਸਵਾਦਾਂ ਵਿੱਚ ਵੀ ਇਹ ਰਚ ਰਹੀ ਹੈ। ਕਿੰਨਾ ਵਿਅਰਥ ਬੋਲਦੀ ਆ, ਸਾਰਾ ਸਾਰਾ ਦਿਨ ਬੋਲਦੀ ਆ। ਉਹ ਵੀ ਤਾਂ ਇਹਨੂੰ ਇੱਕ ਸਵਾਦ ਹੀ ਪਿਆ ਹੋਇਆ ਨਾ ਬੋਲਣ ਦਾ ਵੀ। ਫਿਰ ਝੂਠ ਬੋਲਦੀ ਆ, ਕਿੰਨਾ ਝੂਠ ਵੀ ਬੋਲਦੀ ਹੈ। ਫਿਰ ਚੁਗਲੀ ਵੀ ਇਹ ਬੋਲ ਜਾਂਦੀ ਹੈ, ਫਿਰ ਨਿੰਦਿਆ ਦੇ ਵਾਕ ਵੀ ਬੋਲ ਜਾਂਦੀ ਹੈ, ਈਰਖਾ ਦੇ ਬੋਲ ਵੀ ਬੋਲ ਜਾਂਦੀ ਹੈ, ਫਿੱਕੇ ਤੇ ਕੌੜੇ ਬੋਲ ਵੀ ਬੋਲਦੀ ਹੈ। ਤੇ ਇਸ ਤਰ੍ਹਾਂ ਦਾ ਕਿੰਨਾ ਜ਼ਿਆਦਾ ਇਹ ਰਸਨਾ ਨੂੰ ਸਵਾਦ ਪਿਆ ਹੋਇਆ ਇਸ ਤਰ੍ਹਾਂ ਦੇ ਬੋਲਣ ਦਾ। ਤੇ ਸੰਸਾਰ ਦੇ ਵਿੱਚ ਤਾਂ ਭਰਮਾਰ ਮੱਚੀ ਹੋਈ ਇਸ ਤਰ੍ਹਾਂ ਦੇ ਬੋਲਾਂ ਦੀ। ਇੱਕ ਦੂਜੇ ਦੇ ਖਿਲਾਫ ਕਿੰਨਾ ਬੋਲਿਆ ਜਾਂਦਾ। ਇਹ ਸਾਰੇ ਰਸਨਾ ਦੇ ਹੀ ਔਗਣ ਹਨ। ਤਾਂ ਇਹ ਇਸ ਤਰ੍ਹਾਂ ਦਾ ਵੀ ਇਹ ਹੋਰ ਜਿਹੜੇ ਸਵਾਦ ਵਾ ਨਾ, ਇਹ ਵੀ ਅਨਰਸ ਹਨ। ਇਹ ਵੀ ਇਹਨੂੰ ਸਵਾਦ ਪਏ ਹੋਏ ਆ ਬੋਲਣ ਦੇ। ਇਸੇ ਨੂੰ ਨਾਵੇਂ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਸੋਰਠ ਦੇ ਸ਼ਬਦਾਂ ਵਿੱਚ ਆਖਿਆ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਧਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਇਹ ਨਿੰਦਿਆ ਰਸ ਰਚਿਓ, ਇਹ ਵੀ ਜੀਭ ਵੀ ਕਰਦੀ ਹੈ ਨਿੰਦਿਆ, ਰਸਨਾ ਹੀ ਹੈ। ਇਸ ਰਸ ਨੂੰ ਹੈ ਤਾਂ ਮਾੜਾ, ਨਿੰਦਿਆ ਕਰਨਾ ਮਾੜੀ ਹੈ ਆਦਤ, ਪਰ ਇਸ ਨੂੰ ਇਹ ਰਸ ਪਿਆ ਹੋਇਆ ਨਿੰਦਿਆ ਕਰਨ ਦਾ। ਫਿੱਕਾ ਬੋਲਣਾ ਵੀ ਮਾੜਾ, ਪਰ ਇਹ ਬੋਲਦੀ ਹੈ। ਝੂਠ ਵਿਅਰਥ ਬੋਲਣਾ ਵੀ ਹੈ ਤਾਂ ਮਾੜਾ, ਪਰ ਇਹ ਝੂਠ ਵੀ ਬੋਲਦੀ ਹੈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੇ, ਨਾਨਕ ਐਸਾ ਆਗੂ ਜਾਪੈ। ਤਾਂ ਨਿੰਦਿਆ ਦਾ ਵੀ ਇਸ ਰਸਨਾ ਨੂੰ ਸਵਾਦ ਪਿਆ ਹੋਇਆ, ਵਿਅਰਥ ਬੋਲਣ ਦਾ ਵੀ ਸਵਾਦ ਪਿਆ ਹੋਇਆ। ਸਾਰਾ ਸਾਰਾ ਦਿਨ ਵਿਅਰਥ ਫਾਲਤੂ ਬੋਲਦੀ ਰਹਿੰਦੀ ਹੈ, ਤੇ ਫਾਲਤੂ ਵਿਅਰਥ ਬੋਲਣ ਕਰਕੇ ਥੱਕਦੀ ਵੀ ਨਹੀਂ ਹੈ।
ਤੇ ਜਦੋਂ ਨਾਮ ਨੂੰ ਜਪਣਾ ਹੈ, ਨਾਮ ਨੂੰ ਬੋਲਣਾ ਹੈ, ਤੇ ਫਿਰ ਮਨ ਵੀ ਕਾਲਾ ਪੈਂਦਾ ਹੈ ਤੇ ਰਸਨਾ ਬੋਲਦੀ ਵੀ ਨਹੀਂ ਹੈ, ਫਿਰ ਉੱਚੀ, ਫਿਰ ਆਵਾਜ਼ ਨਹੀਂ ਇਹਦੀ ਨਿਕਲਦੀ ਹੈ। ਸੱਚ ਬੋਲਣ ਲੱਗਿਆ, ਪ੍ਰਭੂ ਦੇ ਨਾਮ ਨੂੰ ਬੋਲਣ ਲੱਗਿਆ, ਇਹ ਬੜੀ ਮਧਮ ਜੀ ਹੋ ਜਾਂਦੀ ਹੈ। ਪੰਚਮ ਪਾਤਸ਼ਾਹ ਨੇ ਤਾਂ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਆਖਿਆ ਵੀ ਜੇ ਪ੍ਰਭੂ ਦਾ ਨਾਮ ਬੋਲਣਾ ਪਵੇ ਤੇ ਰਸਨਾ ਤੇਰੀ ਮੌਤ ਹੀ ਹੋ ਜਾਂਦੀ ਹੈ, ਤੇ ਜੇ ਵਿਅਰਥ ਬੋਲਣਾ ਹੈ ਤੇ ਫਿਰ ਤੂੰ ਬੜੀ ਵੱਧ ਕੇ ਬੋਲਦੀ ਹੈ। ਸਤ ਹੱਤੰ ਪਰਮ ਬਾਦਨ, ਪਰਮ ਵੱਡੀ ਹੋ ਜਾਨੀ ਹੈ ਬਾਦਨ, ਝਗੜੇ ਕਰਨ ਵਾਸਤੇ, ਵਿਅਰਥ ਬੋਲਣ ਵਾਸਤੇ ਕਿੰਨਾ ਉੱਚੀ ਬੋਲਦੀ ਹੈ। ਤੇ ਜਿਸ ਵੇਲੇ ਪ੍ਰਭੂ ਦਾ ਸੱਚਾ ਨਾਮ ਬੋਲਣਾ ਹੈ ਫਿਰ ਤਾਂ ਤੇਰੀ ਹੱਤਿਆ ਹੀ ਹੋ ਜਾਂਦੀ ਹੈ, ਤੂੰ ਮਾਰੀ ਜਾਂਦੀ ਹੈ। ਫਿਰ ਤਾਂ ਇਸ ਤਰ੍ਹਾਂ ਹੁੰਦਾ ਜਿਵੇਂ ਰਸਨਾ ਹੈਗੀ ਨਹੀਂ ਮੂੰਹ ਦੇ ਵਿੱਚ, ਤੇ ਵਿਅਰਥ ਸਾਰਾ ਦਿਨ ਬੋਲਦੀ ਰਹਿੰਦੀ ਹੈ। ਇਹ ਵੀ ਇਸ ਰਸਨਾ ਦੇ ਅਨਰਸ ਹਨ। ਇਹ ਰਸਨਾ ਤੈਨੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਇਹ ਵੀ ਇਹਨੂੰ ਪਿਆਸ ਹੀ ਲੱਗੀ ਹੋਈ ਹੈ ਇੱਕ ਤਰ੍ਹਾਂ ਦੀ। ਇਹ ਨਿੰਦਿਆ ਕਰਨ ਦੀ ਵੀ ਇਹਨੂੰ ਆਦਤ ਪਈ ਹੋਈ ਹੈ, ਨਿੰਦਿਆ ਦੇ ਬੋਲ ਬੋਲਦੀ ਰਹਿੰਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਫੋਕੀ ਖੁਸ਼ਾਮਦ ਤੇ ਨਿੰਦਿਆ ਇਹ ਬਰਾਬਰ ਹੈ। ਉਸਤਤ ਨਿੰਦਾ ਦੋ ਤਿਆਗੈ, ਹੋ ਜਾਏ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਟਣ ਹੈ, ਕਿਨਹੂ ਗੁਰਮੁਖ ਜਾਣਾ। ਫਿਰ ਵਿਅਰਥ ਬੋਲਦੀ ਹੈ, ਵਿਚਾਰ ਤੋਂ ਬਿਨਾਂ ਬੋਲਦੀ ਹੈ। ਤਾਂ ਗੁਰਮੁਖਾਂ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ ਹੋਏ ਆ ਇਸ ਰਸਨਾ ਨੂੰ ਸਮਝਾਉਣ ਵਾਸਤੇ। ਕਹਿੰਦੇ ਵੀ ਰਸਨਾ ਦੰਦਾਂ ਦੇ ਨਾਲ ਗੱਲਬਾਤ ਕਰਦੀ ਹੈ। ਉਂਝ ਨਾ ਦੰਦ ਬੋਲਦੇ, ਰਸਨਾ ਤਾਂ ਬੋਲਦੀ ਹੈ, ਪਰ ਵਿਚਾਰ ਹੈ, ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ। ਕਹਿੰਦੇ ਵੀ ਇਹ ਜੀਭ ਆਖਣ ਲੱਗੀ ਦੰਦਾਂ ਨੂੰ ਵੀ ਮੈਂ ਆ ਕੱਲੀ ਤੇ ਤੁਸੀਂ ਉਹ ਬੱਤੀ, ਵੇਖਿਓ ਮੇਰਾ ਧਿਆਨ ਰੱਖਿਓ, ਐਵੇਂ ਵੱਢ ਟੋਕ ਨਾ ਦਿਓ ਮੈਨੂੰ। ਤੁਹਾਡੇ ਬੱਤੀਆਂ ਦੇ ਵਿੱਚ ਮੈਂ ਕੱਲੀ ਰਹਿੰਦੀ ਆ ਤੇ ਮੈਨੂੰ ਕਿਤੇ ਤੁਸੀਂ ਵੱਢ ਟੋਕ ਨਾ ਦਿਓ, ਮੇਰੇ ਟੁਕੜੇ ਨਾ ਕਰ ਦਿਓ। ਤੇ ਕਹਿੰਦੇ ਵੀ ਉਹ ਬੱਤੀ ਆਖਣ ਲੱਗੇ ਵੀ ਭਾਵੇਂ ਅਸੀਂ ਬੱਤੀ ਆ, ਤੂੰ ਕੱਲੀ ਆ, ਪਰ ਤੂੰ ਵੀ ਸਾਡੇ ਤੇ ਮਿਹਰਬਾਨਗੀ ਰੱਖੀ, ਕਿਤੇ ਉਹੋ ਜਿਹਾ ਨਾ ਬੋਲਦੀ ਵੀ ਸਾਨੂੰ ਬੱਤੀਆਂ ਨੂੰ ਕਢਾ ਦਿੰਦੀ ਹੋਵੇ। ਵੀ ਉਹੋ ਜਿਹਾ ਵਾਕ ਕਈ ਵਾਰੀ ਵਿਅਰਥ ਇਹੋ ਜਿਹਾ ਬੋਲਦੀ ਹੈ ਤੇ ਫਿਰ ਬੱਤੀ ਵੀ ਨਿਕਲਣ ਨੂੰ ਤਿਆਰ ਹੋ ਜਾਂਦੀ। ਇਸੇ ਤਰ੍ਹਾਂ ਕਈ ਸਾਖੀਆਂ ਦਿੱਤੀਆਂ ਗੁਰਮੁਖਾਂ ਨੇ ਇਸ ਰਸਨਾ ਨੂੰ ਸਮਝਾਉਣ ਵਾਸਤੇ। ਭਾਵ ਇਹਦਾ ਇਹ ਆ ਵੀ ਇਹਦੇ ਤੋਂ ਵਿਅਰਥ ਨਹੀਂ ਬੋਲਣਾ ਚਾਹੀਦਾ, ਫਾਲਤੂ ਨਹੀਂ ਬੋਲਣਾ ਚਾਹੀਦਾ, ਵਿਚਾਰ ਨਾਲ ਬੋਲਣਾ ਚਾਹੀਦਾ। ਇੱਕ ਪਰਿਵਾਰ ਦੀ ਸਾਖੀ ਆਉਂਦੀ ਹੈ ਸਾਖੀ ਪ੍ਰਮਾਣ ਗ੍ਰੰਥ ਦੇ ਵਿੱਚ ਵੀ ਇੱਕ ਪਿਤਾ ਹੈ ਤੇ ਦੋ ਉਹਦੇ ਪੁੱਤਰ ਹਨ ਤੇ ਤਿੰਨੇ ਹੀ ਵਿਚਾਰ ਤੋਂ ਸਖਣੇ, ਵਿਚਾਰ ਤੋਂ ਹੀਣੇ। ਇਸ ਕਰਕੇ ਕਹਿੰਦੇ ਰਸਨਾ ਤੋਂ ਜੋ ਬੋਲਣਾ ਹੈ ਉਹ ਵਿਚਾਰ ਕੇ ਬੋਲਣਾ ਚਾਹੀਦਾ ਹੈ, ਵਿਅਰਥ ਨਹੀਂ ਬੋਲਣਾ ਚਾਹੀਦਾ, ਬਿਨਾਂ ਵਿਚਾਰ ਤੋਂ ਨਹੀਂ ਬੋਲਣਾ ਚਾਹੀਦਾ। ਫਿੱਕਾ ਕੌੜਾ ਤੇ ਝੂਠ ਨਹੀਂ ਬੋਲਣਾ ਚਾਹੀਦਾ। ਇਹ ਵੀ ਰਸਨਾ ਨੂੰ ਸਿੱਖਿਆ ਹੈ ਵੀ ਉਹ ਤਿੰਨ ਜਾਣੇ ਆ, ਇੱਕ ਪਿਤਾ ਹੈ ਤੇ ਦੋ ਪੁੱਤਰ ਹਨ। ਤੇ ਉਹ ਨਗਰ ਦੇ ਵਿੱਚ ਕੋਈ ਮਰਗ ਹੋ ਗਈ ਹੈ, ਕੋਈ ਪ੍ਰਾਣੀ ਚੜ੍ਹਾਈ ਕਰ ਗਿਆ, ਉਹਦਾ ਅੰਤਮ ਸੰਸਕਾਰ ਹੋ ਗਿਆ। ਉਸ ਘਰ ਦੇ ਵਿੱਚ ਸਾਰੇ ਪਰਚੌਣੀ ਕਰਨ ਵਾਸਤੇ ਲੋਕ ਜਾਂਦੇ ਆ, ਆਂਢੀ ਗੁਆਂਢੀ ਨਗਰ ਵਾਲੇ। ਉਸ ਪਿਤਾ ਨੇ ਆਪਣੇ ਪੁੱਤਰਾਂ ਨੂੰ ਆਖਿਆ ਵੀ ਆਪਾਂ ਨੂੰ ਵੀ ਜਾਣਾ ਚਾਹੀਦਾ, ਤੇ ਆਪਣੇ ਛੋਟੇ ਪੁੱਤਰ ਨੂੰ ਪਹਿਲਾਂ ਭੇਜਿਆ ਵੀ ਜਾ ਤੂੰ ਜਾ ਕਰਕੇ ਪਰਚੌਣੀ ਕਰਕੇ ਆ। ਉਹਨੇ ਕਿਹਾ ਮੈਂ ਤਾਂ ਕਦੀ ਗਿਆ ਹੀ ਨਹੀਂ, ਦੱਸੋ ਮੈਂ ਕਿਵੇਂ ਕੀ ਕਰਕੇ ਆਵਾਂ। ਆਖਿਆ ਵੀ ਜਿਵੇਂ ਲੋਕ ਉੱਥੇ ਬਹਿਣਗੇ ਉਸ ਤਰ੍ਹਾਂ ਤੂੰ ਜਾ ਕੇ ਬਹਿ ਜਾ। ਜਿਸ ਤਰੀਕੇ ਦੇ ਨਾਲ ਬਾਕੀ ਲੋਕ ਉੱਥੇ ਬੈਠੇ ਹੋਏ ਸਨ ਉਹਨਾਂ ਦੇ ਵਿੱਚ ਜਾ ਕੇ ਉਹ ਵੀ ਬਹਿ ਗਿਆ ਤੇ ਬਹਿ ਕੇ ਆ ਗਿਆ। ਜਦੋਂ ਘਰੇ ਆਇਆ ਤੇ ਪਿਤਾ ਨੇ ਪੁੱਛਿਆ
ਵੀ ਪਰਚੌਣੀ ਕਰਕੇ ਆਇਆ ਹੈ, ਕੀ ਕਰਕੇ ਆਇਆ ਹੈ? ਉਹਨੇ ਕਿਹਾ ਕੁਝ ਵੀ ਨਹੀਂ ਕੀਤਾ, ਉੱਥੇ ਲੋਕ ਬੈਠੇ ਸੀ, ਮੈਂ ਵੀ ਬਹਿ ਕੇ ਆ ਗਿਆ। ਕੋਈ ਗੱਲਬਾਤ ਨਹੀਂ ਘਰ ਵਾਲਿਆਂ ਨਾਲ ਕੀਤੀ? ਜਿਨ੍ਹਾਂ ਦਾ ਉਹ ਮੈਂਬਰ ਚੜ੍ਹਾਈ ਕੀਤਾ ਸੀ, ਜਿਨ੍ਹਾਂ ਦਾ ਆਦਮੀ ਮਰਿਆ ਸੀ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਤੂੰ ਕੀਤੀ? ਕਹਿੰਦਾ ਨਹੀਂ, ਮੈਂ ਤਾਂ ਕੋਈ ਨਹੀਂ ਕੀਤੀ। ਕਹਿੰਦਾ ਤੈਨੂੰ ਤਾਂ ਪਰਚੌਣੀ ਕਰਨੀ ਨਹੀਂ ਆਈ। ਦੂਸਰੇ ਪੁੱਤਰ ਨੂੰ ਭੇਜਿਆ, ਵੱਡੇ ਨੂੰ, ਤੇ ਜਾ ਤੂੰ ਕਰਕੇ। ਉਹਨੇ ਕਿਹਾ ਮੈਂ ਕੀ ਕਰਾਂ ਉੱਥੇ? ਆਖਿਆ ਤੂੰ ਕੀ ਕਰਨਾ, ਜਿਵੇਂ ਬਾਕੀ ਲੋਕ ਕਰਨਗੇ ਉਸ ਤਰ੍ਹਾਂ ਤੂੰ ਕਰਾਂ ਵੀ। ਇਹਦੇ ਚੋਂ ਸਿੱਖਿਆ ਇਹ ਦਿੱਤੀ ਹੈ ਵੀ ਬਿਨਾਂ ਵਿਚਾਰ ਤੋਂ ਬੋਲਿਆ ਜਿਹੜਾ ਵਾ ਉਹ ਨੁਕਸਾਨਦਾਇਕ ਹੁੰਦਾ। ਤਾਂ ਉਸ ਵੇਲੇ ਦੂਜੇ ਪੁੱਤਰ ਨੂੰ ਭੇਜਿਆ। ਉਹ ਰਸਤੇ ਵਿੱਚ ਉਹ ਆਦਮੀ ਉਹਨੂੰ ਮਿਲ ਪਏ ਜਿਹੜੇ ਕਹਿ ਰਹੇ ਸੀ ਬੜਾ ਚੰਗਾ ਹੋਇਆ ਵੀ ਇਹ ਬੰਦਾ ਜਿਹੜਾ ਇਹ ਮਰ ਗਿਆ, ਸਾਡਾ ਦੁਸ਼ਮਣ ਸੀ, ਬੜਾ ਚੰਗਾ ਹੋਇਆ ਮਰ ਗਿਆ, ਮਗਰੋਂ ਲੱਥ ਗਿਆ। ਉਹ ਗਿਆ ਤੇ ਉੱਥੇ ਵਿੱਚ ਬਹਿ ਕਰਕੇ ਤੇ ਉਹ ਕਹਿਣ ਲੱਗਾ ਵੀ ਬੜਾ ਚੰਗਾ ਹੋਇਆ ਮਰ ਗਿਆ, ਮਗਰੋਂ ਲੱਥ ਗਿਆ। ਉਹਨਾਂ ਨੇ ਫੜ ਕੇ ਕੁੱਟਿਆ ਵੀ ਸਾਡਾ ਤੇ ਘਰ ਦਾ ਮੈਂਬਰ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ, ਤੂੰ ਆ ਕੇ ਕਹਿ ਰਿਹਾ ਬਹੁਤ ਚੰਗਾ ਹੋਇਆ ਮਰ ਗਿਆ, ਮਗਰੋਂ ਲੱਥ ਗਿਆ। ਉਹ ਕੁੱਟ ਖਾ ਕੇ ਚਿੱਤਰ ਪਰੇਡ ਕਰਾ ਕੇ ਵਾਪਸ ਆਇਆ। ਤੇ ਜਦੋਂ ਪਿਤਾ ਨੇ ਪੁੱਛਿਆ ਵੀ ਕਰ ਆਇਆ ਗੱਲਬਾਤ, ਉਹਨੇ ਕਿਹਾ ਵੀ ਆਹ ਗੱਲ ਕੀਤੀ ਸੀ, ਲੋਕ ਕਹਿ ਰਹੇ ਸੀ ਰਾਹ ਦੇ ਵਿੱਚ ਵੀ ਬੜਾ ਚੰਗਾ ਹੋਇਆ, ਤੇ ਮੈਂ ਵੀ ਉਸੇ ਤਰ੍ਹਾਂ ਜਾ ਕੇ ਕਹਿ ਦਿੱਤਾ, ਉਹਨਾਂ ਤੇ ਮੈਨੂੰ ਕੁੱਟ ਦਿੱਤਾ। ਕਹਿੰਦਾ ਤੈਨੂੰ ਪਰਚੌਣੀ ਕਰਨੀ ਨਹੀਂ ਹੈ, ਹੁਣ ਮੈਂ ਆਪ ਜਾਣਾ। ਆਪ ਗਿਆ। ਕਹਿੰਦਾ ਪਹਿਲਾਂ ਛੋਟੇ ਬੱਚੇ ਨੂੰ ਭੇਜਿਆ ਸੀ, ਉਹ ਚੁੱਪ ਕਰਕੇ ਚਲੇ ਗਿਆ। ਵੱਡੇ ਨੂੰ ਭੇਜਿਆ ਤੇ ਉਹ ਇਸ ਤਰ੍ਹਾਂ ਆਹ ਗੱਲ ਕਰਕੇ ਚਲੇ ਗਿਆ। ਹੁਣ ਅੱਗੇ ਵਾਸਤੇ ਤੁਹਾਡੇ ਘਰ ਦਾ ਕੋਈ ਮਰੇਗਾ ਤੇ ਮੈਂ ਆਪ ਆਇਆ ਕਰਾਂਗਾ। ਉਥੇ ਲਿਖਿਆ ਹੈ ਵੀ ਤਿੰਨੇ ਹੀ ਮੂਰਖ ਸੀ। ਪਿਤਾ ਉਹ ਵੀ ਮੂਰਖ, ਵੱਡਾ ਪੁੱਤਰ ਵੀ ਮੂਰਖ ਤੇ ਛੋਟਾ ਵੀ ਮੂਰਖ। ਉਹ ਗਏ ਵੀ, ਗੱਲਬਾਤ ਵੀ ਕੀਤੀ, ਪਰ ਵਿਅਰਥ ਬੋਲੇ। ਵਿਅਰਥ ਬੋਲਣ ਦੇ ਨਾਲ ਬੋਲ ਹੀ ਬੋਲੇ ਨਾ ਜੀਭ ਤੋਂ। ਤੇ ਵੱਡੇ ਪੁੱਤ ਨੂੰ ਵੀ ਕੁੱਟ ਪਈ ਤੇ ਪਿਓ ਨੂੰ ਵੀ ਕੁੱਟ ਪਈ ਵੀ ਤੂੰ ਇਸ ਤਰ੍ਹਾਂ ਬੋਲਦਾ ਵਾ ਵੀ ਅੱਗੇ ਵਾਸਤੇ ਕੋਈ ਮਰੇਗਾ ਤੇ ਮੈਂ ਆਵਾਂਗਾ, ਤੁਸੀਂ ਸਾਡੇ ਘਰ ਦੇ ਮੌਤ ਹੀ ਚਾਹੁੰਦੇ ਹੋ। ਬੋਲੇ ਤਾਂ ਜੀਭ ਤੋਂ ਬੋਲ ਹੀ ਆ ਉਹਨੇ, ਪਰ ਵਿਅਰਥ ਬੋਲਣ ਦੇ ਕਰਕੇ ਕੁੱਟ ਪੈ ਗਈ ਉੱਥੇ। ਇਹ ਛੋਟੀ ਜੀ ਇਹ ਮਾਸ ਦਾ ਟੁਕੜਾ ਹੀ ਹੈ ਜੀਭ, ਇਹ ਰਸਨਾ, ਪਰ ਇਹਦੇ ਤੋਂ ਬੋਲੇ ਹੋਏ ਬੋਲ ਪ੍ਰੀਤ ਬਣਾ ਵੀ ਦਿੰਦੇ ਆ ਤੇ ਬਣੀ ਹੋਈ ਪ੍ਰੀਤ ਤੋੜ ਵੀ ਦਿੰਦੇ ਆ। ਗੁਰਬਾਣੀ ਅੰਦਰ ਹੀ ਗੁਰੂ ਸਾਹਿਬ ਜੀ ਨੇ ਆਖਿਆ ਟੂਟ ਪ੍ਰੀਤ ਗਈ ਬੁਰ ਬੋਲ। ਜਦੋਂ ਬੁਰਾ ਬੋਲਿਆ, ਮਾੜਾ ਬੋਲਿਆ ਤੇ ਕਈਆਂ ਸਾਲਾਂ ਦੀ ਬਣੀ ਹੋਈ ਸਾਂਝ, ਬਣੀ ਹੋਈ ਪ੍ਰੀਤ ਇੱਕ ਛਿਣ ਵਿੱਚ ਟੁੱਟ ਜਾਂਦੀ, ਇੱਕ ਮਿੰਟ ਵਿੱਚ ਟੁੱਟ ਜਾਂਦੀ ਹੈ। ਜਦੋਂ ਕੌੜਾ ਬੋਲਿਆ, ਫਿੱਕਾ ਬੋਲਿਆ। ਤੇ ਜੇ ਚੰਗੇ ਬੋਲ ਬੋਲੇ ਜਾਣ ਤੇ ਟੁੱਟੀ ਹੋਈ ਸਾਂਝ ਜੁੜ ਵੀ ਜਾਂਦੀ ਹੈ, ਟੁੱਟੀ ਹੋਈ ਪ੍ਰੀਤ ਜੁੜ ਵੀ ਜਾਂਦੀ ਹੈ। ਗੰਢ ਪ੍ਰੀਤੇ ਮਿੱਠੇ ਬੋਲ, ਮਿੱਠੇ ਬੋਲ ਬੋਲਣ ਦੇ ਨਾਲ ਪ੍ਰੀਤ ਦੀ ਗੰਢ ਪੈ ਜਾਂਦੀ ਹੈ, ਪ੍ਰੀਤ ਦੀ ਸਾਂਝ ਪੈ ਜਾਂਦੀ ਹੈ। ਇਸ ਰਸਨਾ ਤੋਂ ਹੀ ਕੁਝ ਅੱਖਰ ਬੋਲਣ ਦੇ ਨਾਲ ਹੀ ਤੇ ਮਹਾਭਾਰਤ ਦਾ ਯੁੱਧ ਹੋ ਗਿਆ। ਮਹਾਭਾਰਤ ਦਾ ਯੁੱਧ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਮਾਰੀ ਗਈ ਕੁਰੂਕਸ਼ੇਤਰ ਦੀ ਧਰਤੀ ਤੇ ਮਹਾਭਾਰਤ ਦੇ ਯੁੱਧ ਦੇ ਵਿੱਚ। ਪਰ ਜਦੋਂ ਉਹਦਾ ਸਾਰਾ ਇਤਿਹਾਸ ਪੜ੍ਹੀਏ ਤੇ ਪਿਛੋਕੜ ਵੇਖੀਏ ਤੇ ਦੋ ਫਿੱਕੇ ਬੋਲਾਂ ਤੋਂ ਹੀ ਕਹਾਣੀ ਵਿਗੜੀ ਸੀ। ਇਸ ਰਸਨਾ ਤੋਂ ਹੀ ਜਿਸ ਵੇਲੇ ਉਹ ਦ੍ਰੋਪਦੀ ਨੇ ਚਿੱਤਰਕਾਰੀ ਕੀਤੀ ਸੀ, ਚਿੱਤਰਕਾਰੀ ਕੀਤੀ ਤੇ ਉਹਦੇ ਵਿੱਚ ਸਾਰੇ ਰਾਜਿਆਂ ਨੂੰ, ਰਾਜਕੁਮਾਰਾਂ ਨੂੰ ਬੁਲਾਇਆ। ਉੱਥੇ ਦੁਰਯੋਧਨ ਵੀ ਗਿਆ। ਉਹਨੇ ਇੱਕ ਪਾਸੇ ਪਾਣੀ ਦੇ ਉੱਤੇ ਇਸ ਤਰ੍ਹਾਂ ਦੇ ਰੰਗ ਬਖੇਰੇ ਹੋਏ ਸੀ, ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਰਿਆ ਹਰਿਆ ਘਾਹ, ਜਿਵੇਂ ਸੁੱਕੀ ਧਰਤੀ ਹੈ। ਜਿੱਥੇ ਜਿਹੜੇ ਪਾਸੇ ਸੁੱਕਾ ਥਾਂ ਸੀ ਉਹਦੇ ਤੇ ਇਸ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਸੀ, ਉੱਥੇ ਲੱਗਦਾ ਸੀ ਜਿਵੇਂ ਪਾਣੀ। ਉਹ ਜਿਹੜੀ ਪਾਣੀ ਦੇ ਵਿੱਚ ਚਿੱਤਰਕਾਰੀ ਕੀਤੀ ਸੀ ਉਹਦੇ ਵਿੱਚ ਦੁਰਯੋਧਨ ਡਿੱਗ ਪਿਆ ਸੀ ਤੇ ਉਹਦੀ ਸਾਰੀ ਚਿੱਤਰਕਾਰੀ ਵਿਗੜ ਗਈ ਸੀ।
ਉੱਥੇ ਕਈਆਂ ਇਲਾਕਿਆਂ ਦੇ ਰਾਜੇ ਤੇ ਰਾਜਕੁਮਾਰ ਰਾਜਿਆਂ ਦੇ ਪੁੱਤਰ ਆਏ ਹੋਏ ਸੀ। ਤੇ ਦ੍ਰੋਪਦੀ ਨੇ ਉਸ ਵੇਲੇ ਗੁੱਸੇ ਵਿੱਚ ਆ ਕਰਕੇ ਦੁਰਯੋਧਨ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਅੰਨੇ ਦਾ ਅੰਨਾ ਹੀ ਰਿਹਾ ਨਾ, ਮੇਰੀ ਸਾਰੀ ਚਿੱਤਰਕਾਰੀ ਵਿਗਾੜ ਦਿੱਤੀ। ਇਹ ਦੋ ਬੋਲ ਹੀ ਬੋਲੇ ਸੀ, ਅੰਨੇ ਦਾ ਅੰਨਾ ਹੀ ਰਿਹਾ, ਕਿਉਂਕਿ ਦੁਰਯੋਧਨ ਦਾ ਪਿਤਾ ਉਹ ਜਮਾਂਦਰੋਂ ਹੀ ਅੱਖਾਂ ਤੋਂ ਹੀਣਾ ਸੀ। ਧ੍ਰਿਤਰਾਸ਼ਟਰ ਉਹ ਅੱਖਾਂ ਤੋਂ ਅੰਨਾ ਸੀ। ਇਹ ਗੱਲ ਉਹਨੇ ਆਖੀ ਵੀ ਅੰਨੇ ਦਾ ਅੰਨਾ ਹੀ, ਇੱਕ ਤਰ੍ਹਾਂ ਦੀ ਪਿਤਾ ਨੂੰ ਗਾਲ ਦੇ ਦਿੱਤੀ। ਤੇ ਉਸ ਸਭਾ ਦੇ ਵਿੱਚ ਉਸ ਗੱਲ ਦਾ ਗੁੱਸਾ ਖਾਧਾ। ਉਸ ਤੋਂ ਬਾਅਦ ਹੀ ਫਿਰ ਉਹਨੇ ਜੂਆ ਖੇਡਣ ਵਾਸਤੇ ਪਾਂਡਵਾਂ ਨੂੰ ਪ੍ਰੇਰਿਆ। ਜੂਏ ਵਿੱਚ ਸਭ ਕੁਝ ਹਾਰ ਗਏ, ਦ੍ਰੋਪਦੀ ਨੂੰ ਵੀ ਹਾਰ ਗਏ। ਉਸੇ ਗੁੱਸੇ ਕਰਕੇ ਉਹ ਦ੍ਰੋਪਦੀ ਨੂੰ ਨਗਨ ਕਰਨਾ ਚਾਹੁੰਦਾ ਸੀ ਸਭਾ ਦੇ ਵਿੱਚ, ਵੀ ਇਹਨੇ ਮੇਰੀ ਵੀ ਸਭਾ ਵਿੱਚ ਬੇਇੱਜ਼ਤੀ ਕੀਤੀ ਸੀ, ਇਹਨੇ ਮੈਨੂੰ ਅੰਨੇ ਦਾ ਅੰਨਾ ਆਖਿਆ ਸੀ, ਤੇ ਹੁਣ ਮੈਂ ਇਹਨੂੰ ਵਸਤਰਾਂ ਤੋਂ ਹੀਣ ਕਰਾਂਗਾ। ਪਰ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਪੱਤ ਰੱਖੀ ਦ੍ਰੋਪਦੀ ਦੀ। ਉਸ ਤੋਂ ਬਾਅਦ ਹੀ ਇੱਥੋਂ ਦੀ ਇੱਕ ਗੱਲ ਲੱਪੜੀ ਕਿ ਕੌਰਵਾਂ ਤੇ ਪਾਂਡਵਾਂ ਦਾ ਆਪਸ ਦੇ ਵਿੱਚ ਯੁੱਧ ਹੋਇਆ, ਪਰ ਇੱਕ ਬੋਲੀ ਨੇ ਕਾਜ ਵਿਗਾੜਿਆ। ਤਾਂ ਹੀ ਕਿਸੇ ਗੁਰਮੁਖ ਨੇ ਆਖਿਆ ਹੈ, ਬੋਲੀ ਕਾਜ ਵਿਗਾੜਿਆ ਸਣ ਮੂਲੀ ਪੱਤਾ, 100 ਮਣਾ ਦੇ ਦੁੱਧ ਨੂੰ ਭੋਰਾ ਭਰ ਖੱਟਾ। ਭਾਵੇਂ 100 ਮਣ ਦੁੱਧ ਹੋਵੇ ਤੇ ਭੋਰਾ ਕੇ ਉਹਦੇ 'ਚ ਖਟਿਆਈ ਪੈ ਜਾਵੇ ਤੇ ਉਹ ਸਾਰਾ ਫਟ ਜਾਂਦਾ, ਸਾਰਾ ਦੁੱਧ ਖਰਾਬ ਹੋ ਜਾਂਦਾ। 100 ਮਣ ਦੁੱਧ ਹੋਵੇ, 100 ਮਣਾ ਦੇ ਦੁੱਧ ਨੂੰ ਭੋਰਾ ਭਰ ਖੱਟਾ। ਤੇ ਰਸਨਾ ਤੋਂ ਬੋਲਿਆ ਹੋਇਆ ਬੋਲ ਹੀ ਤੇ ਉਹ ਇਥੋਂ ਦੀ ਇੱਕ ਗੱਲ ਵਿਗੜ ਜਾਂਦੀ ਹੈ। ਇਹ ਵੀ ਅਨਰਸ ਹਨ ਸਾਰੇ, ਫਿੱਕਾ ਬੋਲਣਾ, ਕੌੜਾ ਬੋਲਣਾ, ਵਿਅਰਥ ਬੋਲਣਾ ਤੇ ਰਸਨਾ ਤੋਂ ਝੂਠ ਬੋਲਣਾ, ਇਹ ਦੋਸ਼ ਆ ਰਸਨਾ ਦੇ ਸਾਰੇ। ਜਿੱਥੇ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਹੋਰ ਰਸਮ ਨੂੰ ਚੱਕ ਕੇ ਰਸਨਾ ਤੇਰੀ ਪਿਆਸ ਨਹੀਂ ਜਾਵੇਗੀ, ਉੱਥੇ ਝੂਠ, ਨਿੰਦਿਆ ਤੇ ਚੁਗਲੀ ਦੇ ਬੋਲ ਬੋਲ ਕੇ ਵੀ ਇਹ ਰਸਨਾ ਰੱਜਣ ਤੇ ਨਹੀਂ ਲੱਗੀ। ਨਿੰਦਿਆ ਦਾ ਵੀ ਇਹਨੂੰ ਕਰਨ ਦਾ ਇੱਕ ਸਵਾਦ ਹੀ ਪਿਆ ਹੈ, ਚੁਗਲੀ ਕਰਨ ਦਾ ਵੀ ਇੱਕ ਸਵਾਦ ਹੀ ਪਿਆ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਨਿੰਦਿਆ ਕਰਨ ਵਾਲਾ ਤੇ ਚੁਗਲੀ ਕਰਕੇ ਦੂਜੇ ਦਾ ਕੰਮ ਵਿਗਾੜਨ ਵਾਲਾ ਭੁੱਖੇ ਰੁਲਦੇ ਆ, ਭੁੱਖੇ ਰੱਜਦੇ ਨਹੀਂ। ਉਹ ਨਿੰਦਿਆ ਤੇ ਚੁਗਲੀ ਕਰਨ ਵਾਲੇ ਭੁੱਖੇ ਰੁਲ ਰੁਲ ਮਰਦੇ। ਚੁਗਲ ਨਿੰਦਕ ਭੁੱਖੇ ਰੁਲ ਮੋਏ, ਇਹਨਾਂ ਹੱਥ ਨਾ ਕਿਥਾਊ ਪਾਏ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਪਰ ਇਹ ਰਸਨਾ ਨੂੰ ਇੱਕ ਤਰ੍ਹਾਂ ਦਾ ਸਵਾਦ ਪਿਆ ਚੁਗਲੀ ਕਰਨ ਦਾ, ਇਹ ਰਸਨਾ ਨੂੰ ਇੱਕ ਤਰ੍ਹਾਂ ਦਾ ਰਸ ਆਉਂਦਾ ਇਹ ਨਿੰਦਿਆ ਕਰਨ ਦਾ। ਪਰ ਗੁਰੂ ਸਾਹਿਬ ਜੀ ਨੇ ਆਖਿਆ ਰਸ ਤਾਂ ਇਹਨੂੰ ਲੱਗਾ ਹੋਇਆ, ਪਰ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾ, ਨਰਕੇ ਘੋਰ ਪਵਨ। ਇਹ ਰਸਨਾ ਰਹਿੰਦੀ ਤੇ ਤਤਪਰ ਆ ਨਿੰਦਿਆ ਕਰਨ ਵਿੱਚ, ਪਰ ਇਹਨੇ ਘੋਰ ਨਰਕ ਵਿੱਚ ਪਾਉਣਾ ਜੀਵ ਨੂੰ, ਘੋਰ ਭਿਆਨਕ ਨਰਕ ਵਿੱਚ ਪੈਣਾ ਪਵੇਗਾ। ਕਿਉਂਕਿ ਨਿੰਦਿਆ ਕਰਨ ਵਾਲਾ ਚੋਰ ਨਾਲੋਂ ਵੀ ਮਾੜਾ, ਯਾਰ ਨਾਲੋਂ ਵੀ ਮਾੜਾ, ਜੂਆ ਖੇਲਣ ਵਾਲੇ ਨਾਲੋਂ ਵੀ ਮਾੜਾ। ਚੋਰ ਯਾਰ ਜੂਆਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਤਾਂ ਵਿਅਰਥ ਬੋਲਣ ਦੇ ਸੰਬੰਧ ਵਿੱਚ ਕਈ ਸਾਖੀਆਂ ਆਉਂਦੀਆਂ ਵਾ। ਇੱਕ ਜ਼ਿਕਰ ਆਉਂਦਾ ਵੀ ਇੱਕ ਮਨੁੱਖ ਜਿਹੜਾ ਸੀ ਉਹ ਯਾਤਰਾ ਤੇ ਜਾ ਰਿਹਾ, ਯਾਤਰਾ ਤੇ ਜਾ ਰਿਹਾ ਤੇ ਰਸਤੇ ਦੇ ਵਿੱਚ ਉਹਨੂੰ ਭੁੱਖ ਲੱਗੀ। ਕਿਸੇ ਦਾ ਜਾ ਦਰਵਾਜ਼ਾ ਖੜਕਾਇਆ, ਜਿਹਦਾ ਦਰਵਾਜ਼ਾ ਖੜਕਾਇਆ ਅੱਗੇ ਮਾਈ ਮਿਲੀ। ਇੱਕ ਬੇਨਤੀ ਕੀਤੀ, ਜੀ ਮੈਂ ਯਾਤਰੂ ਹਾਂ, ਰਾਹੀ ਹਾਂ ਤੇ ਭੁੱਖ ਲੱਗੀ ਆ, ਕੋਈ ਛਕਣ ਵਾਸਤੇ ਦਿਓ। ਉਹਨੇ ਆਖਿਆ ਭਾਈ ਬਹਿ ਜਾ, ਮੈਂ ਛੇਤੀ ਤੈਨੂੰ ਚੌਲ ਤਿਆਰ ਕਰਕੇ ਦੇ ਦੇਣੀ। ਛੇਤੀ ਹੋਰ ਕੋਈ ਪਦਾਰਥ ਤਾਂ ਇੰਨੀ ਛੇਤੀ ਤਿਆਰ ਨਹੀਂ ਹੋ ਸਕਦਾ, ਚਲ ਚੌਲ ਛੇਤੀ ਨਾਲ ਤਿਆਰ ਹੋ ਜਾਣਗੇ, ਮੈਂ ਤੈਨੂੰ ਚੌਲ ਬਣਾ ਕੇ ਛਕਾ ਦਿੰਦੀ। ਉਹ ਛੇਤੀ ਦੇ ਨਾਲ ਤੌੜੀ ਦੇ ਵਿੱਚ, ਪਤੀਲੀ ਦੇ ਵਿੱਚ ਪਾਣੀ ਪਾਇਆ ਤੇ ਚੌਲ ਪਾਏ, ਚੌਲ ਰਿੱਝਣੇ ਧਰ ਦਿੱਤੇ। ਤੇ ਬੈਠਾ ਬੈਠਾ ਆਪਣੇ ਸੁਭਾਅ ਮੁਤਾਬਕ, ਵਿਅਰਥ ਬੋਲਣ ਦਾ ਸੁਭਾਅ ਸੀ, ਫਾਲਤੂ ਬੋਲਣ ਦਾ ਸੁਭਾਅ,
ਇਸੇ ਕਰਕੇ ਕਹਿੰਦੇ ਆ ਵੀ ਮਾੜਾ ਬੋਲਣ ਨਾਲੋਂ, ਵਿਅਰਥ ਬੋਲਣ ਨਾਲੋਂ ਚੁੱਪ ਕੀਤੇ ਰਹਿਣਾ ਚੰਗਾ। ਭਗਤਾਂ ਨੇ ਤਾਂ ਇਹ ਆਖਿਆ ਵੀ ਜੇ ਸੰਤ ਮਿਲੇ, ਕੋਈ ਗੁਰਮੁਖ ਮਿਲੇ, ਉਹਦੇ ਨਾਲ ਬੋਲੀਏ। ਜੇ ਕੋਈ ਸਾਖਤ ਮਿਲ ਜਾਵੇ, ਮਨਮੁਖ ਮਿਲ ਜਾਵੇ ਤੇ ਉੱਥੇ ਚੁੱਪ ਕਰ ਜਾਈਏ। ਇਹ ਬਚਨ ਭਗਤਾਂ ਦੀ ਰਸਨਾ ਦਾ। ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀਏ। ਮਸ਼ਟ ਨਾਮ ਚੁੱਪ ਕਰ ਰਹੀਏ। ਜੇ ਕੋਈ ਅਸੰਤ ਮਿਲ ਜਾਵੇ, ਅਨਾੜੀ ਮਿਲ ਜਾਵੇ, ਕੋਈ ਮਨਮੁਖ ਮਿਲ ਜਾਵੇ ਤੇ ਉੱਥੇ ਚੁੱਪ ਕਰ ਜਾਈਏ। ਉੱਥੇ ਬੋਲਣ ਦਾ ਕੋਈ ਫਾਇਦਾ ਨਹੀਂ। ਤਾਂ ਸੁਭਾਵਕ ਹੀ ਇੱਕ ਸੰਸਾਰ ਦੇ ਵਿੱਚ ਵੀ, ਕਿਉਂਕਿ ਬਜ਼ੁਰਗਾਂ ਨੇ ਕਈ ਜਿਹੜੇ ਉਹ ਤੱਤ ਕੱਢੇ ਆ, ਉਹਨਾਂ ਨੇ ਗੱਲਾਂ ਜਿਹੜੀਆਂ ਆਖੀਆਂ ਵੀ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ। ਜਿੱਥੇ ਬੋਲ ਕੇ ਹਾਰਨਾ ਹੈ ਫਿਰ ਉੱਥੇ ਵਿਅਰਥ ਕਾਹਤੋਂ ਬੋਲਣਾ, ਉੱਥੇ ਚੁੱਪ ਕਰਨਾ ਚੰਗਾ। ਹੁਣ ਮੰਜੇ ਤੇ ਬੈਠਾ ਬੈਠਾ ਤੇ ਵਿਅਰਥ ਬੋਲਣ ਲੱਗ ਪਿਆ ਉਹ ਯਾਤਰੂ। ਸਾਹਮਣੇ ਇੱਕ ਕਮਰੇ ਦੇ ਵਿੱਚ ਮੱਝ ਬੱਝੀ ਹੋਈ ਹੈ। ਕਹਿੰਦਾ ਮਾਤਾ, ਆ ਜਿਹੜੀ ਅੰਦਰ ਮੱਝ ਬੰਨੀ ਹੋਈ ਹੈ ਕਮਰੇ ਦੇ, ਜੇ ਇਹ ਮਰ ਗਈ ਤੈਨੂੰ ਕਮਰੇ ਚੋਂ ਬਾਹਰ ਕਿਵੇਂ ਕੱਢੋਗੇ? ਤੇ ਬੜੀ ਤਕੜੀ ਹੈ, ਬੜੀ ਭਾਰੀ ਹੈ, ਤੁਹਾਡਾ ਦਰਵਾਜ਼ਾ ਲੱਗਦਾ ਛੋਟਾ ਹੈ। ਪਰ ਉਹਦੇ ਵੇਚਦੀ ਨਿਕਲਦੀ ਸੀ, ਅੰਦਰ ਜਾਂਦੀ ਸੀ ਉਹ। ਵੀ ਵਿਅਰਥ ਬੋਲਣ ਲੱਗ ਪਿਆ। ਕਹਿੰਦਾ ਜੇ ਮਰ ਗਈ ਤੈਨੂੰ ਐਡੀ ਵੱਡੀ ਨੂੰ ਬਾਹਰ ਕਿਵੇਂ ਕੱਢੋਗੇ? ਉਹਨੂੰ ਗੁੱਸਾ ਚੜਿਆ। ਮਾਈ ਨੂੰ ਅੱਧੇ ਗਰੀਜੇ ਸੀ ਚੌਲ। ਕਹਿੰਦੀ ਝੋਲੀ ਕਰ। ਝੋਲੀ ਕੀਤੀ ਅੱਗੇ, ਉਹ ਸਾਰੀ ਤੌੜੀ ਵਿੱਚ ਮੁੱਧੀ ਕਰ ਦਿੱਤੀ। ਜਾ ਧੱਕਾ ਮਾਰਿਆ ਬਾਹਰ। ਮੈਂ ਤੈਨੂੰ ਚੌਲ ਬਣਾ ਕੇ ਖਵਾਉਣ ਲੱਗੀ, ਤੂੰ ਬੈਠਾ ਬੈਠਾ ਮੇਰੀ ਮੱਝ ਮਾਰੀ ਜਾਂਦਾ। ਜਾ ਮਗਰੋਂ ਲੈ। ਧੱਕਾ ਮਾਰ ਕੇ ਦਰਵਾਜ਼ਿਓਂ ਬਾਹਰ ਕੱਢ ਦਿੱਤਾ ਤੇ ਹੁਣ ਝੋਲੀ 'ਚ ਚੌਲ ਪਾਏ ਆ ਤੇ ਅੱਧੇ ਗਰੀਜੇ ਸੀ ਉਹ ਪਾਣੀ ਥੱਲੇ ਚੋਂਦਾ ਜਾਂਦਾ ਚੌਲਾਂ ਦੇ ਵਿੱਚ। ਜਦੋਂ ਤੁਰਿਆ ਜਾਂਦਾ ਤੇ ਅੱਗੋਂ ਕਿਸੇ ਨੇ ਪੁੱਛਿਆ, ਕਹਿੰਦਾ ਭਾਈ ਆ ਕੀ ਝੋਲੀ 'ਚ ਪਾ ਕੇ ਲਈ ਜਾਂਦਾ? ਕਹਿੰਦਾ ਕੀ ਦੱਸਾਂ ਭਰਾਵਾ, ਇਹ ਮੇਰੀ ਰਸਨਾ ਦਾ ਰਸ ਵਗਦਾ ਜਾਂਦਾ, ਇਹ ਮੇਰੀ ਜੀਭ ਦਾ ਰਸ ਵਗਦਾ ਜਾਂਦਾ। ਵੀ ਜੋ ਮੈਂ ਮੂੰਹ ਤੋਂ ਬੋਲਿਆ, ਜੇ ਨਾ ਬੋਲਦਾ ਤੇ ਮਾਈ ਨੇ ਚੌਲ ਬਣਾ ਕੇ ਛਕਾਉਣੇ ਸੀ। ਉਹ ਬੈਠਾ ਬੈਠਾ ਉੱਥੇ ਮੈਂ ਆਹ ਗੱਲ ਕਰ ਬੈਠਾ ਤੇ ਉਹਨੇ ਮੇਰੀ ਝੋਲੀ 'ਚ ਅੱਧੇ ਰਿੱਝੇ ਚੌਲ ਪਾ ਕੇ ਧੱਕਾ ਮਾਰ ਕੇ ਮੈਨੂੰ ਤੋੜ ਦਿੱਤਾ। ਵੀ ਇਹ ਜੀਭ ਤੋਂ ਕਈ ਪਵਾੜੇ ਪੈਂਦੇ, ਵਿਅਰਥ ਬੋਲਣ ਕਰਕੇ, ਫਿੱਕਾ ਬੋਲਣ ਕਰਕੇ, ਕੌੜਾ ਬੋਲਣ ਕਰਕੇ, ਝੂਠ ਬੋਲਣ ਕਰਕੇ। ਨਾ ਤੇ ਸੰਸਾਰ ਵਿੱਚ ਇੱਜ਼ਤ ਮਾਣ ਰਹਿੰਦਾ ਹੈ ਸਮਾਜ ਵਿੱਚ, ਤੇ ਨਾ ਰੱਬ ਦੇ ਘਰ ਦੇ ਵਿੱਚ। ਆਸਾ ਕੀ ਵਾਰ ਦੇ ਵਿੱਚ ਇੱਕ ਬਚਨ ਆਉਂਦਾ ਮਹਾਰਾਜ ਦਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਦੇ ਨਾਲ ਜਿੱਥੇ ਦੂਸਰੇ ਨੂੰ ਦੁੱਖ ਮਿਲਦਾ ਉੱਥੇ ਆਪਣਾ ਵੀ ਤਨ ਮਨ ਫਿੱਕਾ ਹੋ ਜਾਂਦਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ ਮੋਹਿ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਪਾਣਾ ਕਹਿੰਦੇ ਜੁੱਤੀਆਂ ਦੀ ਸਜ਼ਾ ਮਿਲਦੀ ਫਿੱਕਾ ਬੋਲਣ ਵਾਲੀ, ਜੁੱਤੀਆਂ ਵੱਜਦੀਆਂ। ਇਸ ਕਰਕੇ ਇਹ ਸਾਰੇ ਅਨਰਸ ਹਨ। ਜਿੱਥੇ ਇਹ ਪਦਾਰਥਾਂ ਨੂੰ ਹੋਰ ਹੋਰ ਚੱਖਣ ਦੇ ਵਿੱਚ, ਸਵਾਦਾਂ ਵਿੱਚ ਫਸੀ ਹੋਈ ਹੈ ਜੀਭ, ਉੱਥੇ ਝੂਠ ਬੋਲਣ ਵਿੱਚ ਵੀ ਫਸੀ ਹੋਈ ਹੈ। ਤੇ ਝੂਠ ਨੂੰ ਵੀ ਇਹ ਫਿਰ ਬੋਲਣ ਲੱਗਿਆ ਨਾ ਬੜਾ ਸਵਾਰ ਕੇ ਸ਼ਿੰਗਾਰ ਕੇ ਬੋਲਦੀ ਹੈ। ਮਹਾਰਾਜ ਨੇ ਆਖਿਆ ਮੁੱਖ ਝੂਠ ਵਿਭੂਖਣ ਸਾਰੰਗ। ਮੁੱਖ ਤੋਂ ਝੂਠ ਵੀ ਬੋਲਣਾ ਤੇ ਝੂਠ ਨੂੰ ਇੰਨਾ ਸ਼ਿੰਗਾਰ ਦੇਣਾ ਵੀ ਸੁਣਨ ਵਾਲੇ ਨੂੰ ਲੱਗੇ ਵੀ ਇਹ ਸੱਚ ਹੀ ਹੈ। ਪੂਰਾ ਪੂਰਾ ਹਾਰ ਸ਼ਿੰਗਾਰ ਪਾ ਕੇ ਬੋਲਦੀ ਝੂਠ ਬੋਲਣ ਲੱਗਿਆ। ਝੂਠ ਦੀ ਵੀ ਭਰਮਾਰ ਹੈ ਸੰਸਾਰ ਦੇ ਵਿੱਚ। ਤਾਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਾ, ਭਾਈ ਲਾਲੋ ਸ਼ਰਮ ਧਰਮ ਦੋਏ ਛਾਪ ਖਲੋਏ। ਕੂੜ ਫਿਰੈ ਪ੍ਰਧਾਨ ਵੇ ਲਾਲੋ। ਭਾਈ ਲਾਲੋ ਵੇ ਲਾਲੋ, ਸ਼ਰਮ ਤੇ ਧਰਮ ਦੋਵੇਂ ਛਪ ਗਏ। ਝੂਠ ਪ੍ਰਧਾਨ ਹੋਇਆ ਫਿਰਦਾ ਸੰਸਾਰ ਦੇ ਵਿੱਚ। ਤਾਂ ਮੁੱਖ ਤੋਂ ਬੋਲਣਾ ਝੂਠ, ਇਹ ਰਸਨਾ ਨੇ ਬੋਲਣਾ ਝੂਠ, ਤੇ ਝੂਠ ਨੂੰ ਇਸ ਤਰੀਕੇ ਨਾਲ ਬੋਲਣਾ, ਉਹਨੂੰ ਪੂਰਾ ਸ਼ਿੰਗਾਰ ਦੇਣਾ, ਸ਼ਿੰਗਾਰ ਕੇ ਕਿ ਸੁਣਨ ਵਾਲੇ ਨੂੰ ਲੱਗੇ ਵੀ ਇਹ ਸੱਚ ਹੀ ਹੈ। ਤਾਂ ਇਹ ਸਾਰੇ ਅਨਰਸ ਹਨ। ਮਹਾਰਾਜ ਕਹਿੰਦੇ ਇਹਨਾਂ ਰਸਾਂ ਦੇ ਵਿੱਚ ਫਸ ਕਰਕੇ ਤ੍ਰਿਪਤੀ ਨਹੀਂ ਹੁੰਦੀ ਰਸਨਾ ਦੀ, ਇਹ ਭੁੱਖੀ ਰਹਿੰਦੀ, ਪਿਆਸੀ ਰਹਿੰਦੀ ਹੈ। ਤੇ ਜਿਸ ਵੇਲੇ ਇਹ ਨਾਮ ਰਸ ਪੱਲੇ ਪੈਂਦਾ, ਵਾਹਿਗੁਰੂ ਦੀ ਹੁੰਦੀ ਹੈ ਕਿਰਪਾ,
ਤੇ ਫਿਰ ਨਾਮ ਰਸ ਇਸ ਰਸਨਾ ਨੂੰ ਪ੍ਰਾਪਤ ਹੁੰਦਾ। ਫਿਰ ਰਸਨਾ ਤੋਂ ਜਦੋਂ ਜੀਵ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਤੇ ਫਿਰ ਫਿੱਕਾ ਵੀ ਨਹੀਂ ਬੋਲਦਾ, ਫਿਰ ਵਿਅਰਥ ਵੀ ਨਹੀਂ ਬੋਲਦਾ, ਫਿਰ ਝੂਠ ਵੀ ਨਹੀਂ ਬੋਲਦਾ, ਫਿਰ ਕੌੜਾ ਨਹੀਂ ਬੋਲਦਾ, ਫਿਰ ਝੂਠ, ਨਿੰਦਿਆ, ਚੁਗਲੀ ਆਦਿਕ ਦੇ ਬੋਲ ਨਹੀਂ ਬੋਲਦਾ, ਫਿਰ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਬੋਲਦਾ ਹੈ, ਤੇ ਫਿਰ ਮਰਿਆਦਾ ਦਾ ਖਾਂਦਾ ਹੈ, ਵਿਅਰਥ ਖਾਣਿਆਂ ਦੇ ਵਿੱਚ ਵੀ ਨਹੀਂ ਪਰਚਿਆ ਰਹਿੰਦਾ। ਤਾਂ ਸਤਿਗੁਰੂ ਕਹਿੰਦੇ ਪਰ ਇਹ ਜਿਹੜੀ ਦਾਤ ਹੈ ਨਾ ਨਾਮ ਰਸ, ਇਸ ਰਸਨਾ ਨੂੰ ਇਹੋ ਹਰ ਰਸ ਕਰਮੀ ਪਾਈ ਹੈ। ਇਹ ਵਾਹਿਗੁਰੂ ਜੀ ਦਾ ਨਾਮ ਰਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ। ਸਤਿਗੁਰ ਮਿਲੇ ਜਿਸ ਆਏ, ਜਿਸ ਨੂੰ ਸਤਿਗੁਰੂ ਜੀ ਆ ਕੇ ਮਿਲਦੇ ਆ ਨਾ ਪੂਰੇ ਗੁਰੂ ਸਾਹਿਬ, ਉਸ ਦੀ ਫਿਰ ਰਸਨਾ ਨੂੰ ਨਾਮ ਰਸ ਪ੍ਰਾਪਤ ਹੁੰਦਾ ਹੈ। ਸਤਿਗੁਰ ਮਿਲੈ ਜਿਸ ਆਏ, ਜਿਸ ਜੀਵ ਨੂੰ ਇਹ ਮਨੁੱਖਾ ਜਨਮ ਦੇ ਵਿੱਚ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਜੀ ਆ ਕਰਕੇ ਮਿਲਦੇ ਹਨ, ਫਿਰ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ, ਉਸ ਨੂੰ ਨਾਮ ਦਾ ਰਸ ਮਿਲਦਾ ਹੈ, ਫਿਰ ਉਹਦੀ ਰਸਨਾ ਨਾਮ ਰਸ ਨੂੰ ਚੱਕਦੀ ਹੈ, ਫਿਰ ਤ੍ਰਿਪਤ ਹੁੰਦੀ ਹੈ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮਿਲੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, 10 ਪਾਤਸ਼ਾਹੀਆਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, 10 ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੇ ਫਿਰ ਸਤਿਗੁਰੂ ਨਾਮ ਦ੍ਰਿੜ ਕਰਾਉਂਦੇ ਆ। ਸਤਿਗੁਰੂ ਕਹਿੰਦੇ ਆ ਵੀ ਸਿੱਖਾ ਵਿਅਰਥ ਬੋਲਣ ਦਾ ਕੋਈ ਲਾਭ ਨਹੀਂ, ਝੂਠ ਬੋਲਣ ਦਾ ਕੋਈ ਫਾਇਦਾ ਨਹੀਂ, ਨੁਕਸਾਨ ਹੈ, ਨਿੰਦਿਆ ਕਰਨ ਦਾ ਕੋਈ ਲਾਭ ਨਹੀਂ, ਨੁਕਸਾਨ ਹੈ, ਮੂੰਹ ਕਾਲਾ ਹੁੰਦਾ ਹੈ, ਈਰਖਾ ਦੇ ਬੋਲ ਬੋਲਣ ਦਾ ਕੋਈ ਲਾਭ ਨਹੀਂ। ਇਹ ਰਸਨਾ ਤੈਨੂੰ ਦਿੱਤੀ ਹੈ ਨਾਮ ਜਪਣ ਵਾਸਤੇ, ਇਹਦੇ ਨਾਲ ਨਾਮ ਜਪ। ਮਾਰੇ ਕਿਵੇਂ, ਕਿੰਨਾ ਕੁ ਜਪਾਂ? ਤਾਂ ਕਹਿੰਦੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਤੇਰਾ ਤੇ ਕੰਮ ਹੀ ਇਹ ਉੱਠਦਿਆਂ ਬਹਿੰਦਿਆਂ ਹਰ ਵੇਲੇ ਨਾਮ ਜਪ। ਮਹਾਰਾਜ ਨਾਮ ਜਪ ਕੇ ਕਹਿੰਦੇ ਵਾਰ-ਵਾਰ ਜਪੇਗਾ ਰਸ ਪ੍ਰਾਪਤ ਹੋਵੇਗਾ ਤੈਨੂੰ ਨਾਮ ਵਿੱਚ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਹੋ ਮਨ ਤਨ ਤ੍ਰਪੀਐ। ਸਤਿਗੁਰ ਮਿਲੇ ਜਿਸ ਆਏ, ਜਿਸ ਨੂੰ ਸਤਿਗੁਰੂ ਜੀ ਦਾ ਮਿਲਾਪ ਹੁੰਦਾ ਹੈ ਨਾ, ਉਹੀ ਭਾਈ ਨਾਮ ਰਸ ਨੂੰ ਪ੍ਰਾਪਤ ਕਰਦਾ, ਉਹਦੀ ਰਸਨਾ ਫਿਰ ਨਾਮ ਦੇ ਨਾਲ ਜੁੜਦੀ ਹੈ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ। ਫਿਰ ਪਦਾਰਥਾਂ ਦੀ ਭੁੱਖ, ਪਦਾਰਥਾਂ ਦੀ ਤ੍ਰਿਸ਼ਨਾ ਸਾਰੀ ਉਤਰ ਜਾਂਦੀ ਹੈ। ਜੋ ਹਰ ਨਾਮ ਧਿਆਵੇ, ਜੋ ਹਰ ਹਰ ਨਾਮ ਧਿਆਏ ਦੇ, ਤਿੰਨ ਜਮ ਨੇੜ ਨਾ ਆਵੇ। ਜਨ ਨਾਨਕ ਕਉ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੇ। ਪਰ ਇਹ ਤਾਂ ਦਾਤ ਮਿਲਦੀ ਹੈ ਜਿਸ ਨੂੰ ਭਾਈ ਪੂਰੇ ਸਤਿਗੁਰੂ ਜੀ ਦਾ ਮਿਲਾਪ ਹੁੰਦਾ ਹੈ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿ ਉਸ ਜੀਵ ਦੇ ਵਿੱਚੋਂ ਹੋਰ ਸਾਰੇ ਦੁਨਿਆਵੀ ਪਦਾਰਥਾਂ ਦੇ ਰਸ ਜਿਹੜੇ ਆ ਨਾ, ਉਹਦੀ ਰਸਨਾ ਨੂੰ ਸਾਰੇ ਵਿਸਰ ਜਾਂਦੇ, ਸਭ ਭੁੱਲ ਜਾਂਦੇ ਹਨ। ਪਰ ਉਦੋਂ ਵਿਸਰਦੇ ਆ ਸਾਰੇ ਅਨ ਰਸ, ਹੋਰ ਰਸ ਜਿਹੜੇ ਪਦਾਰਥਾਂ ਦੇ ਆ, ਜਦੋਂ ਹਰ ਵਸੈ ਮਨ ਆਏ, ਜਦੋਂ ਹਰੀ ਵਾਹਿਗੁਰੂ ਜੀ ਆ ਕੇ ਮਨ ਵਿੱਚ ਵਸ ਜਾਂਦੇ, ਜਦੋਂ ਪ੍ਰਭੂ ਦਾ ਨਾਮ ਰਸ ਮਨ ਵਿੱਚ ਪ੍ਰਾਪਤ ਹੋ ਜਾਂਦਾ, ਮਨ ਵਿੱਚ ਵਸ ਜਾਂਦਾ। ਆ ਮਾਲਵੇ ਵਿੱਚ ਵਿਚਰ ਰਿਹਾ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਨਾਲ ਸੈਂਕੜੇ ਸਿੱਖ ਹਨ। ਇੱਕ ਨਗਰ ਵਿੱਚ ਗਏ ਜਾਂਦਿਆਂ ਹੋਇਆਂ, ਤੇ ਨਗਰ ਵਾਲਿਆਂ ਨੇ ਆਖਿਆ, ਰਸਤ-ਬਸਤ ਵੀ ਦਿੱਤੀ ਕਿ ਮਹਾਰਾਜ ਆਪ ਜੀ ਇੱਥੇ ਵੀ ਲੰਗਰ ਪਾਣੀ ਤਿਆਰ ਕਰੋ, ਤੇ ਨਾਲੇ ਸਾਡੀ ਇੱਛਾ ਸਾਡੇ ਘਰਾਂ ਵਿੱਚ ਵੀ ਆਪਣੇ ਸਿੰਘ ਭੇਜੋ। ਜਿੰਨੀ ਸਾਡੀ ਕਿਸੇ ਦੀ ਸਮਰੱਥਾ ਹੈ, ਅਸੀਂ ਆਪ ਜੀ ਦੇ ਸਿੰਘਾਂ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਪਾਣੀ ਛਕਾਉਣਾ ਚਾਹੁੰਦੇ। ਕੋਈ ਇੱਕ ਸਿੰਘ ਲੈ ਗਿਆ, ਕੋਈ 2 ਲੈ ਗਿਆ, ਤੇ ਇੱਕ ਗਰੀਬ ਸਿੱਖ ਸੀ, ਉਹਦੀ ਵੀ ਇੱਛਾ, ਉਹਦੇ ਨਾਲ ਵੀ ਇੱਕ ਸਿੰਘ ਨੂੰ ਭੇਜਿਆ। ਘਰ ਵਿੱਚ ਕੋਈ ਹੈ ਨਹੀਂ ਸੀ ਪਦਾਰਥ ਛਕਾਉਣ ਵਾਸਤੇ, ਪਰ ਨਗਰ ਵਾਲਿਆਂ ਨੇ ਉਸ ਨੂੰ ਆਖਿਆ ਸੀ ਵੀ ਤੂੰ ਹੀ ਲੈ ਜਾ ਕੋਈ ਸਿੰਘ, ਜਾ ਕੇ ਸੇਵਾ ਕਰ। ਨਗਰ ਵਾਲੇ ਜਾਣਦੇ ਸੀ ਇਹ ਬਹੁਤਾ ਗਰੀਬ ਆ, ਕਦੇ ਉਹਦੇ ਘਰੇ ਰੋਟੀ ਪੱਕਦੀ ਸੀ ਤੇ ਕਦੀ ਨਹੀਂ ਪੱਕਦੀ ਸੀ।
ਉਹ ਭਾਈ ਮਲਿਆਗਰ ਸਿੰਘ ਨੂੰ ਲੈ ਕੇ ਗਿਆ। ਜਿਹੜਾ ਸਿੰਘ ਕਲਗੀਧਰ ਪਾਤਸ਼ਾਹੀ ਦਾ ਲੈ ਕੇ ਗਿਆ ਨਾ, ਉਸ ਸਿੰਘ ਦਾ ਨਾਮ ਲਿਖਿਆ ਮਲਿਆਗਰ ਸਿੰਘ। ਹੁਣ ਘਰ ਵਿੱਚ ਉਹਨੇ ਵੇਖਿਆ ਭਾਂਡੇ ਢੱਕਣ ਚੁੱਕ ਚੁੱਕ ਕੇ ਕੁਝ ਵੀ ਨਹੀਂ ਹੈ। ਫਿਰ ਵੇਖਿਆ ਤੇ ਇੱਕ ਬਰਤਨ ਦੇ ਵਿੱਚੋਂ ਕਈਆਂ ਦਿਨਾਂ ਦੇ ਤੋੜ ਕੇ ਰੱਖੇ ਹੋਏ ਸੁੱਕੇ ਪੀਲੂ ਮਿਲ ਗਏ। ਸੁੱਕੇ ਪੀਲੂ ਜਲ ਲੈ ਆਂਦਾ ਭਰ ਕੇ, ਤੇ ਉਹ ਸੁੱਕੇ ਪੀਲੂ ਜਿਹੜੇ ਸੀ ਨਾ, ਉਹ ਗਿੱਲੇ ਕਰ ਕਰਕੇ ਸਿੰਘ ਦੇ ਜਲ ਵਰਤਾ ਕੇ ਹੱਥ ਸੁੱਚੇ ਕਰਾ ਕੇ ਤੇ ਉਹ ਪੀਲੂ ਛਕਾਏ। ਪੀਲੂ ਛਕੇ ਸਿੰਘ ਨੇ, ਫਿਰ ਪਾਣੀ ਦਾ ਛੰਨਾ ਭਰ ਕੇ ਦੇ ਦਿੱਤਾ, ਜਲ ਛਕ ਲਿਆ, ਹੱਥ ਸੁੱਚੇ ਕਰਾ ਤੇ ਵਾਪਸ ਆ ਗਏ ਕਲਗੀਧਰ ਪਾਤਸ਼ਾਹ ਦੇ ਪਾਸ। ਸਾਰਿਆਂ ਨੂੰ ਪੁੱਛਣ ਲੱਗੇ, ਸਿੰਘੋ ਦੱਸੋ ਕੀ ਛਕ ਕੇ ਆਏ? ਕਿਸੇ ਨੇ ਆਖਿਆ ਜੀ ਖੀਰ ਛਕੀ ਆ, ਕਿਸੇ ਨੇ ਆਖਿਆ ਜੀ ਖੀਰ ਨਾਲ ਕੜਾਹ ਵੀ ਛਕਿਆ ਵਾ, ਕਿਸੇ ਨੇ ਆਖਿਆ ਜੀ ਪੂੜੀਆਂ ਛਕੀਆਂ, ਕਿਸੇ ਨੇ ਆਖਿਆ ਦਹੀਂ ਪ੍ਰਸ਼ਾਦਾ ਲੱਸੀ ਪੀਤੀ ਨਾਲ, ਕਿਸੇ ਨੇ ਕੁਝ ਕਿਸੇ ਨੇ ਕੁਝ। ਜਦੋਂ ਵਾਰੀ ਆਈ ਭਾਈ ਮਲਿਆਗਰ ਸਿੰਘ ਦੀ, ਸਿੰਘਾ ਤੂੰ ਕੀ ਛਕ ਕੇ ਆਇਆ? ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ, ਕਹਿੰਦਾ ਮਹਾਰਾਜ ਮੈਂ ਉਹ ਕੁਝ ਛਕ ਕੇ ਆਇਆ ਜਿਹੜਾ ਜ਼ਿੰਦਗੀ 'ਚ ਅੱਜ ਤੀਕ ਨਹੀਂ ਛਕਿਆ। ਤੇ ਬੜਾ ਸਵਾਦ ਆਇਆ। ਨਗਰ ਵਾਲੇ ਜਾਣਦੇ ਸੀ, ਉਹ ਕਹਿੰਦੇ ਮਹਾਰਾਜ ਉਹ ਸਿੱਖ ਤਾਂ ਗਰੀਬ ਸੀ, ਉਹਦੇ ਕੋਲ ਤਾਂ ਛਕਾਉਣ ਵਾਸਤੇ ਕੋਈ ਹੈ ਹੀ ਨਹੀਂ, ਇਹ ਕੀ ਛਕ ਆਇਆ? ਕਹਿਣ ਲੱਗੇ ਉਸ ਨੂੰ ਬੁਲਾਓ। ਉਸ ਸਿੰਘ ਨੂੰ ਬੁਲਾਇਆ। ਉਹਨੇ ਕਿਹਾ ਮਹਾਰਾਜ ਮੈਂ ਗਰੀਬ ਸਿੱਖ ਹਾਂ, ਮੇਰੇ ਕੋਲ ਕੁਝ ਨਹੀਂ ਸੀ ਛਕਾਉਣ ਵਾਸਤੇ, ਕਈਆਂ ਦਿਨਾਂ ਦੇ ਸੁੱਕੇ ਪੀਲੂ ਘਰ ਵਿੱਚ ਪਏ ਸੀ, ਉਹ ਭਿਉਂ ਭਿਉਂ ਕੇ ਆਪ ਜੀ ਦੇ ਸਿੰਘ ਨੂੰ ਛਕਾਏ ਆ, ਮੈਂ ਕੀ ਛਕਾ ਸਕਦਾ ਸਾਂ ਗਰੀਬ ਸਿੱਖ। ਤੇ ਭਾਈ ਮਲਿਆਗਰ ਸਿੰਘ ਨੂੰ ਕਹਿੰਦੇ ਮਲਿਆਗਰ ਸਿੰਘਾ ਤੂੰ ਆਖਿਆ ਵਾ ਵੀ ਮੈਂ ਉਹ ਕੁਝ ਛਕਿਆ ਜਿਹੜਾ ਅੱਜ ਤੱਕ ਛਕਿਆ। ਕਹਿੰਦਾ ਮਹਾਰਾਜ ਸੱਚ ਕਹਿੰਦਾ, ਮੈਂ ਪੀਲੂ ਅੱਜ ਤੱਕ ਖਾਧਾ ਹੀ ਨਹੀਂ ਸੀ ਜ਼ਿੰਦਗੀ 'ਚ, ਪਹਿਲੀ ਵਾਰੀ ਛਕਿਆ ਤੇ ਸਵਾਦ ਬੜਾ ਆਇਆ। ਤੇ ਸਤਿਗੁਰੂ ਖੁਸ਼ ਹੋਏ, ਕਹਿਣ ਲੱਗੇ ਇਸ ਤਰ੍ਹਾਂ ਦਾ ਛਕਣ ਵਾਲਾ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦਾ ਛਕਾਉਣ ਵਾਲਾ ਹੋਣਾ ਚਾਹੀਦਾ। ਕਹਿਣ ਲੱਗੇ ਵੀ ਜਿਸ ਸਿੱਖ ਦੇ ਘਰ ਵਿੱਚ ਪਦਾਰਥ ਹੋਣ, ਜਿਹੜਾ ਹੁੰਦਿਆਂ ਨਾ ਛਕਾਵੇ ਲੁਕਾਵੇ ਪਦਾਰਥਾਂ ਨੂੰ, ਉਹ ਦੋਸ਼ੀ ਹੁੰਦਾ ਵਾ, ਤੇ ਜਿਹੜਾ ਛਕਣ ਵਾਲਾ ਵਾ ਉਹ ਸੰਤੋਖ ਦੇ ਸਹਿਤ ਹੋਵੇ, ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਉੱਥੇ ਫਿਰ ਮਹਾਰਾਜ ਨੇ ਬਚਨ ਕੀਤਾ ਵੀ ਸਿੰਘਾ ਤੂੰ ਮੇਰੇ ਸਿੱਖ ਦਾ ਪਰਦਾ ਕੱਜਿਆ, ਤੇਰਾ ਦੋਹੀਂ ਜਹਾਨੀ ਮੈਂ ਪਰਦਾ ਕੱਜਾਂਗਾ, ਲੋਕ ਤੇ ਪਰਲੋਕ ਦੇ ਵਿੱਚ। ਪਰ ਇਹ ਦਾਤ ਉਦੋਂ ਮਿਲਦੀ ਆ ਜਦੋਂ ਨਾਮ ਰਸ ਪ੍ਰਾਪਤ ਹੁੰਦਾ, ਫਿਰ ਦੁਨੀਆ ਦੇ ਪਦਾਰਥਾਂ ਦੀ ਰਸ ਦੀ ਖਿਆਲ ਨਹੀਂ ਰਹਿ ਜਾਂਦਾ, ਕੋਈ ਦੁਨੀਆ ਦੇ ਰਸਾਂ ਦੇ ਵਿੱਚ ਫਿਰ ਉਹ ਨਹੀਂ ਫਸਦਾ ਏ। ਜਿਸ ਵੇਲੇ ਵਾਹਿਗੁਰੂ ਜੀ ਦਾ ਨਾਮ ਰਸ ਪੱਲੇ ਪੈ ਜਾਂਦਾ, ਫਿਰ ਪਦਾਰਥਾਂ ਦੀ ਤਾਂ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ ਵੀ ਵਧੀਆ ਮਿਲਣ ਜਾਂ ਕਿਸ ਤਰ੍ਹਾਂ ਦੇ ਮਿਲਣ। ਫਿਰ ਤਾਂ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਕੇ ਵੀ ਬੰਦਗੀ ਵਿੱਚ ਜੁੜਿਆ ਰਹਿੰਦਾ। ਤੋ ਸਤਿਗੁਰੂ ਕਹਿੰਦੇ ਵੀ ਇਹ ਰਸ ਤਾਂ ਇਹ ਦਾਤ ਮਿਲਦੀ ਆ, ਹੋਰ ਦੁਨੀਆ ਦੇ ਰਸ ਤਾਂ ਵਿਸਰਦੇ ਆ ਜਾਂ ਹਰ ਵਸੇ ਮਨ ਆਏ। ਜਦੋਂ ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਰਸ ਆ ਕੇ ਵਸ ਜਾਵੇ, ਜਦੋਂ ਹਰੀ ਪਰਮੇਸ਼ਰ ਆਪ ਆ ਕੇ ਮਨ ਵਿੱਚ ਵਸ ਜਾਵੇ, ਉਹਨੇ ਵਸਣਾ ਤਾਂ ਹੀ ਹੈ ਜਦੋਂ ਰਸਨਾ ਤੋਂ ਉਹਦਾ ਨਾਮ ਜਪਾਂਗੇ, ਉਸ ਦੀ ਬਾਣੀ ਪੜਾਂਗੇ। ਗੁਰੂ ਜੀ ਦੀ ਇਹ ਪਵਿੱਤਰ 32ਵੀਂ ਪੌੜੀ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਏਹੋ ਹਰ ਰਸ ਕਰਬੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।